अस्सलाम वालेकुम नाज़रीन प्रोग्राम गुफ्तगू दे एक नए एपिसोड दे नाल मैं तुहाडी खिदमत विच हाज़र हां राजा पाकिस्तानी राजा अरशद मेरा तल्लक इंसान पार्टी दे नाल है ते मैं इंसान पार्टी दे नाल एज ए चीफ कोआर्डिनेटर काम कर रहा ते अज दी शाम साडे एक बहुत ही खूबसूरत ते एक नवें दोस्त दे नाम ਜਿਹੜੇ ਪੰਜਾਬੀ ਦੇ ਮਾਹਿਰ ਨੇ ਜਿਹੜੇ ਪੰਜਾਬੀ ਦੇ ਹੋਸਟ ਨੇ ਐਂਕਰ ਨੇ ਔਰ ਪੰਜਾਬੀ ਦੇ ਵਿੱਚ ਬਹੁਤ ਅੱਛੀ ਗੁਫ਼ਤਗੂ ਕਰਦੇ ਨੇ ਅੱਜ ਤੁਹਾਨੂੰ ਉਹਦੇ ਨਾਲ ਅਸੀਂ ਮਿਲਾਉਂਦੇ ਹਾਂ ਉਹਨਾਂ ਦਾ ਨਾਮ ਹੈ ਅਲੀ ਉਸਮਾਨ ਬਾਜਵਾ अस्सलाम वालेकुम अस्सलाम वालेकुम जी वालेकुम अस्सलाम थैंक यू सो मच फॉर हैविंग मी ऑन योर शो ਬਾਜਵਾ ਸਾਹਿਬ ਮੈਂ ਇੱਕ ਪੰਜਾਬੀ ਘਰਾਣੇ ਦੇ ਵਿੱਚ ਪੈਦਾ ਹੋਇਆ ਲੇਕਿਨ ਮੇਰਾ ਪੰਜਾਬੀ ਦਾ ਇਹ ਪਹਿਲਾ ਸ਼ੋਅ ਹੈ ਤੁਹਾਡੇ ਨਾਲ ਔਰ ਮੈਨੂੰ ਬੜੀ ਖੁਸ਼ੀ ਵੀ ਮਹਿਸੂਸ ਹੋ ਰਹੀ ਹੈ ਤੇ ਇੱਕ ਥੋੜਾ ਵਿੱਚੋਂ ਡਰ ਵੀ ਲੱਗ ਰਿਹਾ ਕਿ ਇਤਨੇ ਬੜੇ ਮਾਹਿਰੀਨ ਦੇ ਨਾਲ ਬਹਿ ਕੇ ਗੁਫ਼ਤਗੂ ਕਰਨਾ ਉਹ ਵੀ ਪਹਿਲਾ ਸ਼ੋਅ ਤੇ ਉਹ ਜ਼ਰਾ ਥੋੜਾ ਜਿਹਾ ਨਾ ਹਿਚਕਿਚਾਹਟ ਵੀ ਮਹਿਸੂਸ ਹੋ ਰਹੀ ਹੈ ਤੇ ਅਗਰ ਕਿਸੇ ਜਗ੍ਹਾ ਤੇ ਕੋਈ ਗਲਤੀ ਹੋ ਜਾਏ ਕੋਈ ਕਮੀ ਰਹਿ ਜਾਵੇ ਤੇ ਥੋੜਾ ਜਿਹਾ ਤੁਸੀਂ ਉਸ ਨੂੰ ਸੰਭਾਲ ਲੈਣਾ ਤੇ ਸਾਡੀ ਕਮੀ ਨੂੰ ਜਿਹੜਾ ਉਹ ਪੂਰਾ ਕਰ ਦੇਣਾ ਤੇ ਸਭ ਤੋਂ ਪਹਿਲੇ ਨਾਜ਼ਰੀਨ ਮੈਂ ਉਸਮਾਨ ਬਾਜਵਾ ਸਾਹਿਬ ਅਲੀ ਉਸਮਾਨ ਬਾਜਵਾ ਸਾਹਿਬ ਦਾ ਇੱਕ ਤਾਰਫ ਕਰਾ ਦਿਆਂ ਕਿ ਇੱਕ ਪਾਕਿਸਤਾਨ ਟੀਵੀ ਤੇ ਇੱਕ ਪੰਜਾਬੀ ਦਾ ਸ਼ੋਅ ਕਰਦੇ ਨੇ ਔਰ ਬਹੁਤ ਅੱਛਾ ਖੂਬਸੂਰਤ ਸ਼ੋਅ ਕਰਦੇ ਨੇ ਔਰ ਇੱਕ ਇਹਨਾਂ ਦੀ ਬੜੀ ਗ੍ਰਿਪ ਹੈ ਪੰਜਾਬੀ ਜ਼ੁਬਾਨ ਦੇ ਉੱਪਰ ਤੇ ਅੱਜ ਅਸੀਂ ਇਹਨਾਂ ਨੂੰ ਦਾਵਤ ਦਿੱਤੀ ਆਪਣੇ ਸ਼ੋਅ ਵਿੱਚ ਇਹਨਾਂ ਨੇ ਕਬੂਲ ਕੀਤੀ ਲੇਕਿਨ ਇਹਨਾਂ ਨੇ ਕਿਹਾ ਕਿ ਮੈਂ ਪੰਜਾਬੀ 'ਚ ਗੱਲਬਾਤ ਕਰਾਂਗਾ ਤੇ ਸਾਡੀ ਇਹ ਖੁਸ਼ਕਿਸਮਤੀ ਹੈ ਕਿ ਅੱਜ ਸਾਡੇ ਇਸ ਸ਼ੋਅ ਦੇ ਮਹਿਮਾਨ ਅਲੀ ਉਸਮਾਨ ਬਾਜਵਾ ਨੇ ਤੇ ਅਲੀ ਸਾਹਿਬ ਆਪਣਾ ਮਜ਼ੀਦ ਤਾਰਫ ਤੁਸੀਂ ਥੋੜਾ ਜਿਹਾ ਕਰਾਓ ਕਿ ਤੁਸੀਂ ਪੀਟੀਵੀ ਤੱਕ ਕਿਸ ਤਰ੍ਹਾਂ ਪਹੁੰਚੇ ਤੇ ਤੁਹਾਡੀ ਜ਼ਿੰਦਗੀ ਦਾ ਸਫ਼ਰ ਕਿੱਥੋਂ ਸ਼ੁਰੂ ਹੋਇਆ ਤੇ ਅੱਜ ਤੱਕ ਤੁਹਾਡੀਆਂ ਕੀ ਅਚੀਵਮੈਂਟਸ ਨੇ अच्छा जी मेरी जिंदगी का सफर हाले तक छोटा ही है थोड़ा ही है क्योंकि बहुत ज्यादा शायद उम्र नहीं उस तरह हुई लेकिन इस जर्नी ਨੂੰ मैं क्विकली रैप अप कर देना ਵੇਖਣ ਵਾਲਿਆਂ ਵਾਸਤੇ ਕਿ ਮੇਰੀ ਜੰਮਪਲ ਸਿਆਲਕੋਟ ਦੀ ਔਰ ਘਰ ਵਿੱਚ ਪੰਜਾਬੀ ਸੁਣੀ ਸੀ ਬੋਲੀ ਸੀ ਸਿੱਖੀ ਸੀ ਸਾਰਾ ਕੁਝ ਵੱਡਕੀਆਂ ਕੋਲੋਂ ਔਰ ਉਸ ਤੋਂ ਬਾਅਦ ਸਿਆਲਕੋਟ 'ਚ ਇਬਤਦਾਈ ਤਾਲੀਮ ਉੱਥੋਂ ਵੀ ਲਈ ਲਾਮਾ ਇਕਬਾਲ ਸਾਹਿਬ ਜਿਹੜੇ ਕਾਲਜ 'ਚ ਪੜ੍ਹੇ ਨੇ ਮਰੇ ਕਾਲਜ ਉੱਥੋਂ ਮੇਰਾ ਤਾਲੁਕ ਹੈ ਉਸ ਤੋਂ ਬਾਅਦ ਯੂਨੀਵਰਸਿਟੀ ਦੀ ਤਾਲੀਮ ਵਾਸਤੇ ਮੈਨੂੰ ਲਾਹੌਰ ਆਉਣਾ ਪਿਆ ਗਵਰਨਮੈਂਟ ਕਾਲਜ ਯੂਨੀਵਰਸਿਟੀ ਜਿੱਥੇ ਅਗੇਨ ਲਾਮਾ ਇਕਬਾਲ ਸਾਹਿਬ ਫੈਜ਼ ਸਾਹਿਬ ਜਾਂ ਹੋਰ ਬਹੁਤ ਵੱਡੇ ਨਾਂ ਜਿਹੜੇ ਨੇ ਉਹਨਾਂ ਦਾ ਤਾਲੁਕ ਉਸ ਇਦਾਰੇ ਦੇ ਨਾਲ ਹੈ ਤੇ ਮੇਰਾ ਵੀ ਉਹਦੇ ਨਾਲ ਇੱਕ ਤਾਲੁਕ ਹੈ ਮੈਂ ਇੱਕ ਛੋਟਾ ਜਿਹਾ ਸਟੂਡੈਂਟ ਹਾਂ ਉੱਥੋਂ ਦਾ ਔਰ ਆਈ ਐਮ ਅ ਰਾਵੀਅਨ ਉੱਥੋਂ ਜਦੋਂ ਤਾਲੀਮ ਮੁਕੰਮਲ ਕੀਤੀ ਤੇ ਜਦੋਂ ਮੈਂ ਪੜ੍ਹ ਰਿਹਾ ਸਾਂ ਉਸ ਦੌਰਾਨ ਹੀ ਰੇਡੀਓ ਪਾਕਿਸਤਾਨ ਦੇ ਉੱਤੇ ਇੱਕ ਓਪਰਚੁਨਿਟੀ ਮਿਲੀ ਫॉर ਡੂਇੰਗ ਅ ਸ਼ੋ ਅਦਬੀ ਪ੍ਰੋਗਰਾਮ ਸੀ ਉਰਦੂ ਦੇ ਵਿੱਚ ਔਰ ਅਦਬ ਦੇ ਮੁਤਲਕ ਹੀ ਸੀ ਉਹ ਕੀਤਾ ਔਰ ਫਿਰ ਗ੍ਰੈਜੂਅਲੀ ਮੁxtਲਿਫ ਜਿਹੜੇ ਰੇਡੀਓ ਸਟੇਸ਼ਨ ਨੇ ਲਾਹੌਰ ਦੇ ਵਿੱਚ ਉਹਨਾਂ 'ਚ ਸਵਿਚ ਕਰਦਾ ਰਿਹਾ ਲਾਈਕ FM 95 ਹੈ ਸਾਡੇ ਇੱਥੇ ਪੰਜਾਬੀ ਦਾ ਰੇਡੀਓ ਸਟੇਸ਼ਨ ਜਿਹੜਾ ਕਿ ਸੂਬਾਈ ਸਟੇਸ਼ਨ ਤੁਸੀਂ ਕਹਿ ਸਕਦੇ ਹੋ ਵਫਾਕੀ ਨਹੀਂ ਹੈਗਾ ਪਿਲਾਕ ਦੇ ਵਿੱਚ ਪਿਲਾਕ ਤੁਸੀਂ ਇੱਕ ਇਦਾਰਾ ਉਹਦਾ ਨਾਮ ਸੁਣਿਆ ਹੋਣਾ ਪਾਕਿਸਤਾਨ ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਆਰਟਸ ਐਂਡ ਕਲਚਰ ਪਿਲਾਕ ਉਹਨਾਂ ਦਾ ਇੱਕ ਰੇਡੀਓ ਸਟੇਸ਼ਨ ਹੈ FM 95 ਉੱਥੇ ਮੈਂ 2 ਸਾਲ ਲਈ ਐਜ਼ ਐਨ ਐਂਕਰ ਪਰਸਨ ਐਜ਼ ਐਨ ਆਰਜੇ ਬ੍ਰੌਡਕਾਸਟਰ ਕੁਝ ਵੀ ਕਹਿ ਲਓ ਉਹ ਕੰਮ ਕਰਦਾ ਰਿਹਾ ਫਿਰ ਮੈਂ ਉੱਥੋਂ FM 101 ਤੇ ਆ ਗਿਆ ਜਿਹੜਾ ਕਿ ਅਗੇਨ ਰੇਡੀਓ ਪਾਕਿਸਤਾਨ ਦੀ ਇੱਕ ਫ੍ਰੀਕੁਐਂਸੀ ਉੱਥੋਂ ਫਿਰ ਮੈਂ ਰੇਡੀਓ ਪਾਕਿਸਤਾਨ ਦੇ ਡਰਾਮਾ 'ਚ ਚਲਾ ਗਿਆ ਡਰਾਮਾ ਸੈਕਸ਼ਨ ਵਿੱਚ ਉੱਥੇ ਕੁਝ ਪੰਜਾਬੀ ਦੇ ਕੁਝ ਉਰਦੂ ਦੇ ਡਰਾਮੇ ਕੀਤੇ ਫਿਰ FM 94 ਦੇ ਨਾਲ ਵੀ ਮੇਰਾ ਤਾਲੁਕ ਰਿਹਾ ਫਿਰ ਐਜ਼ ਅ ਡਰਾਮਾ ਰਾਈਟਰ ਵੀ ਕੁਝ ਅਰਸਾ ਪਹਿਲੇ ਮੈਂ ਕੁਝ ਇੱਕ ਡਰਾਮਾ ਲਿਖਿਆ ਰੇਡੀਓ ਵਾਸਤੇ ਜਿਹੜਾ ਆਨਰ ਵੀ ਗਿਆ ਸੋ ਇਹ ਤੇ ਹੋ ਗਈ ਰੇਡੀਓ ਦੀ ਜਰਨੀ ਯੂਨੀਵਰਸਿਟੀ 'ਚ ਜਦੋਂ ਮੈਂ ਗਿਆ ਸੀ ਤੇ ਉੱਥੇ ਸਾਡੀ ਬਹੁਤ ਵਧੀਆ ਡਰਾਮੈਟਿਕ ਸੁਸਾਇਟੀ ਹੈ ਜਿਹੜੀ ਕਿ ਤਾਲੀਮੀ ਇਦਾਰਿਆਂ ਦੇ ਹਵਾਲੇ ਨਾਲ ਵੇਖੀ ਜਾਏ ਤੇ ਸਭ ਤੋਂ ਪੁਰਾਣੀ ਡਰਾਮੈਟਿਕ ਸੁਸਾਇਟੀ ਮੰਨੀ ਜਾਂਦੀ ਹੈ ਜਿਹਨੂੰ ਅਸੀਂ GCDC ਦੇ ਨਾਂ ਤੋਂ ਜਾਣਦੇ ਹਾਂ ਗਵਰਨਮੈਂਟ ਕਾਲਜ ਡਰਾਮੈਟਿਕਸ ਕਲੱਬ ਉਹਦਾ ਮੈਂ ਇੱਕ ਐਕਟਿਵ ਮੈਂਬਰ ਬਣਿਆ ਆਡੀਸ਼ਨਸ ਦੇ ਕੇ ਫਿਰ ਵਰਕਸ਼ਾਪਸ ਲੈ ਕੇ ਉਹ ਸਾਰਾ ਕੁਝ ਕਰਕੇ ਐਂਡ ਆਈ ਵਾਸ ਐਨ ਐਕਟਿਵ ਮੈਂਬਰ ਐਂਡ ਦੈਨ I performed on the stage
ਐਨੂਅਲ ਜਿਹੜਾ ਪਲੇ ਹੁੰਦਾ ਸਾਡਾ, ਉਹ ਇੱਕ ਬੜੀ ਇਜਾਜ਼ ਦੀ ਗੱਲ ਹੁੰਦੀ ਹੈ ਕਿ ਤੁਹਾਨੂੰ ਉਹਦੇ ਵਿੱਚ ਰੋਲ ਕਰਨ ਦਾ ਮੌਕਾ ਮਿਲੇ। ਸੋ ਟਾਈਗਰ ਆਫ ਮੈਸੂਰ ਦੇ ਨਾਂ ਤੋਂ ਇੱਕ ਖੇਡ ਸੀ ਬਾਇਲਿੰਗੁਅਲ, ਅੰਗਰੇਜ਼ੀ ਔਰ ਉਰਦੂ ਦੇ ਵਿੱਚ। ਉਹਦੇ ਵਿੱਚ ਮੈਂ ਅੰਗਰੇਜ਼ ਦਾ ਕਿਰਦਾਰ ਕੀਤਾ ਸੀ। ਕੁਝ ਲੋਕ ਕਹਿੰਦੇ ਨੇ ਕਿ ਮੇਰੀ ਅਪੀਅਰੈਂਸ ਥੋੜੀ ਜਿਹੀ ਅੰਗਰੇਜ਼ਾਂ ਵਾਲੀ ਵੀ ਹੈ, ਔਰ ਥੋੜਾ ਜਿਹਾ ਕਰੈਕਟਰ ਸ਼ਾਇਦ ਮੇਰੀ ਅਪੀਅਰੈਂਸ ਨਾਲ ਜਾ ਰਿਹਾ ਸੀ ਔਰ ਲੈਂਗੁਏਜ ਨਾਲ ਜਾ ਰਿਹਾ ਸੀ। ਸੋ ਮੌਕਾ ਮਿਲਿਆ ਉਹ ਕੀਤਾ, ਐਂਡ ਦੈਨ ਫਿਰ ਹੋਰ ਕੁਝ ਛੋਟੇ ਛੋਟੇ ਪਲੇਅਰਸ ਹੋਰ ਵੀ ਬੜੇ ਕੀਤੇ। ਫਿਰ ਮਿਰਜ਼ਾ ਸਾਹਿਬ ਦਾ ਇੱਕ ਖੇਡ ਪੰਜਾਬੀ ਦਾ ਲਿਖਿਆ ਹੋਇਆ ਆਖਰੀ ਸ਼ੋਅ। ਮਿਰਜ਼ਾ ਅਤਰ ਬੇਗ, ਤੁਸੀਂ ਉਹਨਾਂ ਨੂੰ ਸਾਰੇ ਜਾਣਦੇ ਹੋਵੋਗੇ, ਇੱਕ ਵੱਡਾ ਨਾਂ ਨੇ ਉਰਦੂ ਅਦਬ ਦੇ ਵਿੱਚ। ਉਹਨਾਂ ਦੇ ਕਾਫੀ ਨਾਵਲਸ ਸਾਡੇ ਸਾਹਮਣੇ ਆ ਚੁੱਕੇ ਨੇ, ਸਿਫਰ ਸੇ ਇੱਕ ਤੱਕ, ਗੁਲਾਮ ਬਾਗ ਤੇ ਹਸਨ ਕੀ ਸੂਰਤ ਹਾਲ, ਖਾਲੀ ਜਗ੍ਹਾ ਪੁਰ ਕरें, ਔਰ ਰੀਸੈਂਟਲੀ ਇੱਕ ਪੰਜਾਬੀ ਨਾਵਲ ਵੀ ਲਿਖ ਰਹੇ ਨੇ। 3 ਵੱਡੇ ਉਰਦੂ ਨਾਵਲ ਲਿਖਣ ਤੋਂ ਬਾਅਦ ਉਹਨਾਂ ਦਾ ਲਿਖਿਆ ਖੇਡ ਸੀ। ਮੈਂ ਬੜਾ ਐਕਸਾਈਟਿਡ ਸੀ ਉਹਦੇ ਵਿੱਚ ਕੰਮ ਕਰਨ ਵਾਸਤੇ, ਔਰ ਰੱਬੋਂ ਹੀ ਮੌਕਾ ਮਿਲ ਗਿਆ ਔਰ ਮਿਹਨਤ ਰੰਗ ਲਿਆਈ ਕਿ ਮੈਂ ਉਹਦੇ 'ਚ ਮੇਨ ਕਰੈਕਟਰ ਕੀਤਾ ਉਹਨਾਂ ਦੇ ਪਲੇ ਦੇ ਵਿੱਚ। ਸੋ ਉਹ ਮੇਰੀ ਥੀਏਟਰ ਦੀ ਜਰਨੀ ਸੀ ਸਾਰਾ। ਮੈਂ ਥੀਏਟਰ ਸਿੱਖਿਆ, ਫਿਰ ਇੱਕ NGO ਵਾਸਤੇ ਕੰਮ ਕੀਤਾ, ਉਹਨਾਂ ਦੀ ਥੀਏਟਰ ਬਣਾਇਆ। ਉਹ NGO ਜਿਹੜੀ ਉਹ HIV AIDS ਵਾਸਤੇ ਕੰਮ ਕਰ ਰਹੀ ਸੀ ਔਰ ਟਰਾਂਸਜੈਂਡਰਸ ਵਾਸਤੇ ਕੰਮ ਕਰ ਰਹੀ ਸੀ। ਉਹਨਾਂ ਵਾਸਤੇ ਇੱਕ ਡਰਾਮਾ ਲਿਖਿਆ, ਪੂਰਾ ਪ੍ਰੋਡਿਊਸ ਕੀਤਾ। ਉਹਦੇ 3 ਸ਼ੋਅ ਸੀ ਲਾਹੌਰ ਦੇ ਵਿੱਚ ਕੀਤੇ ਫॉर द ਅਵੇਅਰਨੈਸ ਅਬਾਊਟ HIV, ਔਰ ਕਿ ਉਹ ਸਟਿਗਮੈਟਾਈਜੇਸ਼ਨ ਜਿਹੜੀ ਉਹਨੂੰ ਖਤਮ ਕੀਤਾ ਜਾ ਸਕੇ ਇਸ ਬਿਮਾਰੀ ਦੇ ਹਵਾਲੇ ਨਾਲ। ਸੋ ਉਹ ਜਰਨੀ ਰੇਡੀਓ ਦੀ, ਫਿਰ ਥੀਏਟਰ ਦੀ, ਫਿਰ ਰੇਡੀਓ ਡਰਾਮੇ ਦੀ, ਉਹ ਨਾਲੋਂ ਨਾਲ ਚੱਲਦੀ ਰਹੀ। ਫਿਰ ਮੈਂ NCA ਦੇ ਵਿੱਚ ਫਿਲਮ ਮੇਕਿੰਗ ਪੜ੍ਹੀ, ਉੱਥੋਂ ਡਿਪਲੋਮਾ ਕੀਤਾ ਸੀ ਫਿਲਮ ਮੇਕਿੰਗ ਦਾ, ਤੇ ਉੱਥੇ ਥੀਸਿਸ ਫਿਲਮ ਬਣਾਈ ਜਿਹੜੀ ਕਿ ਮੈਂ ਅਮਰੀਕਾ ਭੇਜੀ। ਔਰ ਸਿਆਟ ਫਿਲਮ ਫੈਸਟੀਵਲ, ਇੱਕ ਸਿਆਟਲ ਫਿਲਮ ਫੈਸਟੀਵਲ ਸਿਆਟਲ ਦੇ ਵਿੱਚ ਹੁੰਦਾ, ਤਸਵੀਰ ਫਿਲਮ ਫੈਸਟੀਵਲ, ਸੌਰੀ, ਸਿਆਟਲ ਜਗ੍ਹਾ ਦਾ ਨਾਮ ਹੈ ਅਮਰੀਕਾ ਦੇ ਵਿੱਚ। ਉੱਥੇ ਉਹ ਸਿਲੈਕਟ ਹੋ ਗਈ ਤੇ ਉੱਥੇ ਉਹ ਵਿਖਾਈ ਗਈ। ਫਿਰ ਉਹਨਾਂ ਨੇ ਮੈਨੂੰ ਬੁਲਾਇਆ ਵੀ ਕਿ ਤੁਸੀਂ ਅਮਰੀਕਾ ਆ ਕੇ ਰਿਪਰੈਜ਼ੈਂਟ ਕਰੋ ਆਪਣੇ ਪ੍ਰੋਜੈਕਟ ਨੂੰ, ਲੇਕਿਨ ਉਹ ਵੀਜ਼ੇ ਦੀ ਰਿਸਟ੍ਰਿਕਸ਼ਨ ਸਨ ਕੋਈ। ਤੁਹਾਨੂੰ ਪਤਾ ਪਾਕਿਸਤਾਨੀਆਂ ਨੂੰ ਔਰ ਫਿਰ ਮੇਰੀ ਉਮਰ ਦੇ ਮੁੰਡਿਆਂ ਨੂੰ ਥੋੜਾ ਵੀਜ਼ਾ ਮੁਸ਼ਕਿਲ ਹੀ ਮਿਲਦਾ, ਤੇ ਵੀਜ਼ਾ ਨਹੀਂ ਮਿਲਿਆ, ਮੈਂ ਨਹੀਂ ਜਾ ਸਕਿਆ। ਲੇਕਿਨ ਉਹ ਫਿਲਮ ਯਕੀਨੀ ਤੌਰ ਤੇ ਉੱਥੋਂ ਦੀ ਆਡੀਅנס ਨੂੰ ਵਿਖਾਈ ਗਈ ਸੀ ਸਬਟਾਈਟਲਸ ਦੇ ਨਾਲ, ਤੇ ਉਹ ਫਿਲਮ ਮੇਕਿੰਗ 'ਚ ਅਚੀਵਮੈਂਟ ਹੋ ਗਈ। ਦੈਨ ਆਈ ਵਰਕਡ ਐਜ਼ ਐਨ ਅਸਿਸਟੈਂਟ ਡਾਇਰੈਕਟਰ ਫॉर ਅ ਫੀਚਰ ਫਿਲਮ। ਇੱਕ ਫਿਲਮ ਬਣਨਾ ਸ਼ੁਰੂ ਹੋਈ ਅੱਜ ਤੋਂ ਕੋਈ 2-3 ਸਾਲ ਪਹਿਲੇ, ਉਹਦਾ ਨਾਮ ਸੀ ਰਹਿਬਰਾ। ਉਹਦੇ ਵਿੱਚ ਐਹਸਨ ਖਾਨ ਤੇ ਆਇਸ਼ਾ ਉਮਰ ਲੀਡ ਕਰੈਕਟਰ ਕਰ ਰਹੇ ਸਨ, ਔਰ ਮੈਂ ਅਸਿਸਟੈਂਟ ਡਾਇਰੈਕਟਰ ਦੇ ਤੌਰ ਤੇ ਅਮੀਨ ਇਕਬਾਲ ਸਾਹਿਬ ਦੇ ਨਾਲ ਮਿਲ ਕੇ ਕੰਮ ਕੀਤਾ। ਅਮੀਨ ਇਕਬਾਲ ਸਾਹਿਬ ਇੱਕ ਵੱਡੇ TV ਡਰਾਮਾ ਡਾਇਰੈਕਟਰ ਹੀ ਗਏ ਨੇ ਪਾਕਿਸਤਾਨ ਦੇ ਵਿੱਚ, ਰੀਸੈਂਟਲੀ ਵੀ ਇੱਕ ਡਰਾਮਾ ਬਣਾ ਰਹੇ ਨੇ ਬੜਾ ਵਧੀਆ। ਉਹਨਾਂ ਦੀ ਉਹ ਫਿਲਮ ਸੀ, ਲੇਕਿਨ ਉਹ 80% 90% ਹੋਈ, ਫਿਰ ਉਹ ਥੋੜਾ ਜਿਹਾ ਰੁਕ ਗਈ। ਫਿਰ ਪੈਂਡੈਮਿਕ ਆ ਗਿਆ, ਕਾਫੀ ਚੀਜ਼ਾਂ ਹੋਈਆਂ, ਉਹਦੇ ਤੇ ਕੰਮ ਹੋ ਰਿਹਾ। ਉਮੀਦ ਕਰਨੇ ਆ ਕਿ ਪੈਂਡੈਮਿਕ ਤੋਂ ਬਾਅਦ ਸ਼ਾਇਦ ਉਹ ਫਿਲਮ ਆ ਵੀ ਜਾਏ, ਫਿਰ ਉਹਦੇ ਵਿੱਚ ਜਿਹੜਾ ਮਿਹਨਤ ਕੀਤੀ ਹੈ ਉਹਦਾ ਕੋਈ ਅਸੀਂ ਰੰਗ ਵੇਖ ਸਕੀਏ, ਜਾਂ ਆਵਾਮ ਦੀ ਗੱਲਬਾਤ ਵੇਖ ਸਕੀਏ ਕਿ ਉਹ ਉਸ ਫਿਲਮ ਨੂੰ ਕਿਸ ਤਰ੍ਹਾਂ ਲੈਂਦੇ। ਸੋ ਫਿਲਮ ਮੇਕਿੰਗ, ਥੀਏਟਰ, ਆਰਟ, ਲਿਟਰੇਚਰ, ਇਹ ਸਾਰੀਆਂ ਚੀਜ਼ਾਂ ਇੰਟਰਕਨੈਕਟਡ ਹੀ ਗਈਆਂ ਨੇ, ਉਹਨਾਂ ਦੇ ਨਾਲ ਮੈਂ ਜੁੜਿਆ ਰਿਹਾ। ਫਿਰ ਮੇਰੀ ਲਿਖਣ ਦੀ ਇੱਕ ਛੋਟੀ ਜਿਹੀ ਜਰਨੀ ਸ਼ੁਰੂ ਹੁੰਦੀ ਹੈ ਬਚਪਨ ਤੋਂ। ਬਚਪਨ ਤੋਂ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ ਕਿ ਮੈਂ ਬੱਚਿਆਂ ਦੀਆਂ ਕਹਾਣੀਆਂ ਪੜ੍ਹਦਾ ਹੁੰਦਾ ਸੀ, ਔਰ ਉਹ ਜ਼ਿਆਦਾਤਰ ਉਰਦੂ ਵਿੱਚ ਆਉਂਦੀਆਂ ਸੀ, ਔਰ ਮੈਂ ਆਪਣੇ ਛੋਟੇ ਕਜ਼ਨਾਂ ਨੂੰ ਕਹਾਣੀਆਂ ਸੁਣਾਉਂਦਾ ਹੁੰਦਾ ਸੀ। ਆਪਣੇ ਕੋਲੋਂ ਕਹਾਣੀਆਂ ਕੱਢ ਕੇ ਕਜ਼ਨ ਸਾਰੇ ਬਹਿ ਜਾਣੇ, ਔਰ ਗਰਮੀ ਦੀਆਂ ਰਾਤਾਂ ਦੇ ਵਿੱਚ ਤੁਸੀਂ ਛੱਤ ਤੇ ਬੈਠੇ ਹੁੰਦੇ ਹੋ, ਬੱਤੀ ਗਈ ਹੁੰਦੀ, ਮੱਛਰ ਲੜ ਰਿਹਾ ਹੁੰਦਾ, ਸੋ ਚਾਨਣੀ ਰਾਤ ਹੁੰਦੀ ਹੈ, ਤੇ ਉਹਨਾਂ ਨੂੰ ਜਿੰਨਾ ਪੂਤਾਂ ਦੀਆਂ ਕਹਾਣੀਆਂ ਸੁਣਾਉਣੀਆਂ, ਉਹ ਸਾਰੀਆਂ ਚੀਜ਼ਾਂ ਕਰਨੀਆਂ। ਸੋ ਦੈਟ ਵਾਸ ਦ ਸਟਾਰਟ ਮੇ ਬੀ, ਕਿ ਮੇਰੀ ਜਿਹੜੀ ਇਮੈਜੀਨੇਸ਼ਨ ਹੈ ਸ਼ਾਇਦ ਉਹ ਬਚਪਨ ਦੇ ਵਿੱਚ ਉਸ ਤਰ੍ਹਾਂ ਡਿਵੈਲਪ ਕਿਤੇ ਹੋ ਰਹੀ ਸੀ। ਕਰਦੇ ਕਰਾਉਂਦਿਆਂ ਫਿਰ ਮੈਂ ਜਦੋਂ ਮਤਲਬ ਥੋੜਾ ਵੱਡਾ ਹੋਇਆ, ਤੇ ਫਿਰ ਬਾਕੀ ਕਿਤਾਬਾਂ ਪੜ੍ਹਨ ਦਾ ਵੀ ਮੌਕਾ ਮਿਲਿਆ, ਉਹਨਾਂ ਨੂੰ ਸਮਝਣ ਦਾ ਵੀ ਮੌਕਾ ਮਿਲਿਆ, ਜਿਹੜੇ ਵੱਡੇ ਨਾਂ ਨੇ, ਵੱਡੇ ਅਫਸਾਨਾ ਨਿਗਾਰ ਨੇ, ਸਾਰੀਆਂ ਚੀਜ਼ਾਂ। तो शुरुआत उर्दू लिखण तो कीती सी, और हलकर बाबे ਜ਼ੌਕ ਸਾਡੇ ਇੱਕ ਇਦਾਰਾ ਹੈਗਾ ਇੱਥੇ, ਇੱਕ ਆਰਗੇਨਾਈਜੇਸ਼ਨ ਕਹਿ ਲਓ, ਲਾਹੌਰ ਦੇ ਵਿੱਚ ਪਾਕ ਟੀ ਹਾਊਸ ਦੇ ਵਿੱਚ ਉਹਨਾਂ ਦੇ ਇਜਲਾਸ ਹੁੰਦੇ ਰਹੇ। ਉੱਥੇ ਜਾਣ ਦਾ ਮੌਕਾ ਮਿਲਿਆ, ਸੀਨੀਅਰਸ ਕੋਲੋਂ ਸਿੱਖਿਆ। ਪ੍ਰੋਗਰੈਸਿਵ ਰਾਈਟਰ ਐਸੋਸੀਏਸ਼ਨ ਉਹਦਾ ਮੈਂਬਰ ਬਣਿਆ। ਅੰਜੁਮਨ ਤਰੱਕੀ ਪਸੰਦ ਮੁਸੰਨਿਫੀਨ, ਜਿਹਨੂੰ ਤੁਸੀਂ ਉਰਦੂ 'ਚ ਕਹਿੰਦੇ ਹੋ। ਪੰਜਾਬੀ ਅਦਬੀ ਸੰਗਤ, ਪੰਜਾਬੀ ਦੇ ਲਿਟਰੇਚਰ ਵਾਸਤੇ ਬਣੀ ਹੋਈ ਇੱਕ ਤਨਜ਼ੀਮ ਹੈ, ਉਹਦੇ ਨਾਲ ਵੀ ਇੱਕ ਰਾਬਤਾ ਰਿਹਾ, ਉੱਥੇ ਵੀ ਕਹਾਣੀਆਂ ਪੜ੍ਹੀਆਂ। ਸੋ ਉਰਦੂ ਤੋਂ ਸਟਾਰਟ ਕਰਕੇ, ਤੇ ਇਹ ਬੜੀ ਮਜ਼ੇਦਾਰ ਗੱਲ ਹੈ, ਮੈਂ ਥੋੜਾ ਜਿਹਾ ਵਿੱਚ ਐਡ ਕਰ ਦਿਆਂਗਾ, ਫਿਰ ਤੁਸੀਂ ਆਪਣਾ ਸਵਾਲ ਕਰਨਾ ਕਿ ਉਰਦੂ ਲਿਖਦਿਆਂ ਪੰਜਾਬੀ ਕਿਉਂ ਪੜ੍ਹਨੀ ਸ਼ੁਰੂ ਕੀਤੀ, ਜਾਂ ਪੰਜਾਬੀ ਕਿਉਂ ਲਿਖਣੀ ਸ਼ੁਰੂ ਕੀਤੀ। ਉਹ ਇਸ ਤਰ੍ਹਾਂ ਹੋਇਆ ਕਿ ਮੈਨੂੰ ਇਸ ਤਰ੍ਹਾਂ ਲੱਗਾ ਕਿ ਮੈਂ ਜੋ ਸੋਚਣਾ ਵਾ ਉਹ ਪੰਜਾਬੀ ਦੇ ਵਿੱਚ ਸੋਚਣਾ ਵਾ, ਮੈਨੂੰ ख्वाब ਵੀ ਪੰਜਾਬੀ ਦੇ ਵਿੱਚ ਆਉਂਦੇ ਨੇ, ਹਰ ਚੀਜ਼ ਮੇਰੀ ਪੰਜਾਬੀ ਦੇ ਵਿੱਚ ਹੈ। ਲੇਕਿਨ ਜਦੋਂ ਮੈਂ ਲਿਖਣ ਬਹਿਨਾ ਵਾ ਤੇ ਮੈਂ ਉਰਦੂ ਵਿੱਚ ਲਿਖਣਾ ਵਾ, ਤੇ ਉਹ ਕਿਤੇ ਨਾ ਕਿਤੇ
ਮੈਂ ਆਪਣੇ ਜਿਹੜੇ ਖਿਆਲਾਤ ਨੇ ਉਹਨਾਂ ਨੂੰ ਟਰਾਂਸਲੇਟ ਕਰ ਰਿਹਾ ਹਾਂ, ਯਾਨੀ ਕਿ ਇੱਕ ਤਰਜੁਮਾ ਕਰ ਰਿਹਾ ਹਾਂ, ਬਜਾਏ ਇਸ ਦੇ ਕਿ ਜੋ ਮੇਰੀ ਫੀਲਿੰਗਸ ਨੇ ਜਾਂ ਜੋ ਮੈਂ ਫੀਲ ਕਰਨਾ ਉਹਨੂੰ ਪੇਪਰ ਦੇ ਉੱਤੇ ਉਸ ਤਰ੍ਹਾਂ ਨਹੀਂ ਲਿਖ ਰਿਹਾ। ਸੋ ਅਨਫੋਰਚੂਨੇਟਲੀ ਚੂੰਕਿ ਸਾਡੇ ਸਕੂਲਾਂ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ, ਔਰ ਮੇਰਾ ਜਿੰਨਾ ਸਕੂਲਾਂ ਕਾਲਜਾਂ ਨਾਲ ਤਾਲੁਕ ਰਿਹਾ ਉੱਥੇ ਤੇ ਬਿਲਕੁਲ ਹੀ ਪੰਜਾਬੀ ਦਾ ਉਸ ਤਰ੍ਹਾਂ ਚੱਲਣ ਸ਼ਾਇਦ ਨਹੀਂ ਸੀ, ਸਿਸਟਮ ਵਿੱਚ ਵੀ ਪੰਜਾਬੀ ਨਹੀਂ ਹੈਗੀ, ਤੇ ਲਿਖਣੀ ਨਹੀਂ ਸੀ ਆਉਂਦੀ, ਪੜ੍ਹਨੀ ਵੀ ਨਹੀਂ ਸੀ ਆਉਂਦੀ, ਲੇਕਿਨ ਮੈਂ ਫਿਰ ਕੋਸ਼ਿਸ਼ ਕੀਤੀ, ਲੇਕਿਨ ਉਹ ਐਡਾ ਮੁਸ਼ਕਿਲ ਕੰਮ ਨਹੀਂ ਲੱਗਾ, ਕਿਉਂਕਿ ਤੁਸੀਂ ਸ਼ਾਹਮੁਖੀ ਸਕ੍ਰਿਪਟ ਵਿੱਚ ਪੰਜਾਬੀ ਇੱਥੇ ਲਿਖਦੇ ਹੋ ਤੇ ਉਰਦੂ ਵੀ ਉਹਦੇ ਵਿੱਚ, ਯਾਨੀ ਪਰਸ਼ੀਅਨ ਸਕ੍ਰਿਪਟ ਨੂੰ ਵਰਤ ਕੇ ਤੁਸੀਂ ਲਿਖਦੇ ਹੋ, ਸੋ ਜ਼ਿਆਦਾ ਮੁਸ਼ਕਿਲ ਪੇਸ਼ ਨਹੀਂ ਆਈ। ਉਹ ਫਿਰ ਪਹਿਲੀ ਕਹਾਣੀ ਲਿਖੀ ਡਰਦੇ ਡਰਦਿਆਂ, ਸੀਨੀਅਰਸ ਨੂੰ ਸੁਣਾਈ, ਤੇ ਉਹਨਾਂ ਕਿਹਾ ਕਿ ਨਹੀਂ ਵਧੀਆ ਕੰਮ ਹੈ, ਯੂ ਹੈਵ ਅ ਪੋਟੈਂਸ਼ੀਅਲ, ਤੂੰ ਕਹਾਣੀ ਲਿਖ ਸਕਣਾ ਪੰਜਾਬੀ ਦੇ ਵਿੱਚ ਵੀ, ਔਰ ਤੇਰੀ ਜ਼ਿਆਦਾ ਗ੍ਰਿਪ ਪੰਜਾਬੀ ਦੇ ਵਿੱਚ ਸਾਨੂੰ ਨਜ਼ਰ ਆ ਰਹੀ ਹੈ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਮੇਰਾ ਜਿਹੜਾ ਪਿਛੋਕੜ ਹੈ, ਜਿਹੜੀਆਂ ਮੇਰੀਆਂ ਜੜ੍ਹਾਂ ਨੇ, ਉਹ ਸੱਚ ਜਿਹੜਾ ਹੈ ਉਹ ਪੂਰੀ ਤਰ੍ਹਾਂ ਭਰ ਕੇ ਜਦੋਂ ਪੇਪਰ ਦੇ ਉੱਤੇ ਆਇਆ, ਸਫ਼ੇ ਦੇ ਉੱਤੇ ਆਇਆ, ਤੇ ਉਹ ਜ਼ਿਆਦਾ ਇੱਕ ਤਾਕਤਵਰ ਕਹਾਣੀ ਬਣ ਗਈ ਐਜ਼ ਕੰਪੇਅਰ ਟੂ ਉਰਦੂ। ਫਿਰ ਚੱਲ ਸੋ ਚੱਲ ਕੰਮ ਹੋਇਆ, ਕਈ ਕਹਾਣੀਆਂ ਲਿਖੀਆਂ, ਉਸ ਤੋਂ ਬਾਅਦ ਪੜ੍ਹੀਆਂ, ਔਰ ਪਾਕਿਸਤਾਨ ਵਿੱਚ ਕੁਝ ਮੈਗਜ਼ੀਨਸ ਵਿੱਚ ਛਪੀਆਂ, ਔਰ ਫਿਰ ਇੰਡੀਆ ਦੇ ਕੁਝ ਮੈਗਜ਼ੀਨਸ ਦੇ ਵਿੱਚ ਵੀ ਛਪੀਆਂ। ਸੋ ਦੈਟਸ ਐਨ ਆਨਰ ਫॉर ਮੀ ਕਿ ਉਸ ਪਾਸੇ ਵੀ ਚੜ੍ਹਦੇ ਪੰਜਾਬ ਵਿੱਚ ਵੀ ਗੁਰਮੁਖੀ ਦੇ ਵਿੱਚ ਉਹ ਕਹਾਣੀਆਂ ਜਿਹੜੀਆਂ ਨੇ ਉਹਨਾਂ ਦਾ ਲਿਪੀ ਅੰਤਰ ਉਹਨੂੰ ਅਸੀਂ ਕਹਿੰਦੇ ਹਾਂ, ਜਾਂ ਕਹਿ ਲਓ ਕਿ ਸਕ੍ਰਿਪਟ ਬਦਲ ਕੇ ਉਹਨਾਂ ਨੂੰ ਛਾਪਿਆ ਗਿਆ। ਫਿਰ ਪਿਛਲੇ ਸਾਲ ਇੱਕ ਐਂਥੋਲੋਜੀ ਛਪੀ ਇੰਡੀਆ ਦੇ ਵਿੱਚ, ਜਿਹਦੇ ਵਿੱਚ 12 ਕਹਾਣੀਕਾਰ ਚੁਣੇ ਗਏ ਸਾਲ ਦੀਆਂ ਬਿਹਤਰੀਨ ਕਹਾਣੀਆਂ 2019 ਦੀਆਂ। ਉਹਦੇ ਵਿੱਚ 2 ਪਾਕਿਸਤਾਨੀ ਲਿਖਾਰੀ ਸਨ, ਜਿਨ੍ਹਾਂ ਚੋਂ ਇੱਕ ਮੈਂ ਸਾਂ, ਇੱਕ ਸਾਡੇ ਹੋਰ ਸਾਥੀ ਹੈਗੇ ਨੇ ਪਾਕਿਸਤਾਨ ਤੋਂ, ਉਹ ਸਨ, ਔਰ ਬਾਕੀ ਸਾਰੇ ਯਕੀਨੀ ਤੌਰ ਤੇ ਚੜ੍ਹਦੇ ਪੰਜਾਬ ਤੋਂ, ਇੰਡੀਆ ਪੰਜਾਬ ਤੋਂ ਸਨ। ਸੋ ਉਹ ਵੀ ਇੱਕ ਆਨਰ ਵਾਲੀ ਗੱਲ ਹੈ ਕਿ ਆਈ ਐਮ ਲਾਈਕ ਦ ਯੰਗੈਸਟ ਰਾਈਟਰ ਇਨ ਦੈਟ ਐਂਥੋਲੋਜੀ, ਕਿ ਸਾਲ ਦੀਆਂ ਜਿਹੜੀਆਂ 94 ਕਹਾਣੀਆਂ ਨੇ 2019 ਦੀਆਂ, ਉਹਦੇ ਵਿੱਚ ਮੇਰੀ ਕਹਾਣੀ ਵੀ ਸ਼ਾਮਿਲ ਕੀਤੀ ਗਈ। ਸੋ ਇਸ ਤਰ੍ਹਾਂ ਕੁਝ ਅਰਸਾ ਪਹਿਲੇ ਉੱਥੇ ਵੀ ਛਪੀਆਂ, ਇੱਥੇ ਵੀ ਛਪੀਆਂ, ਅੱਜ ਕੱਲ੍ਹ ਲਿਖ ਵੀ ਰਿਹਾ। ਫਿਰ ਗਵਰਨਮੈਂਟ ਕਾਲਜ ਦੇ ਵਿੱਚ ਵਿਜ਼ਿਟਿੰਗ ਫੈਕਲਟੀ ਦੇ ਤੌਰ ਤੇ ਪੜ੍ਹਾਇਆ ਵੀ, ਔਰ ਉੱਥੇ ਬੱਚਿਆਂ ਨੂੰ ਥੀਏਟਰ ਵੀ ਸਿਖਾਇਆ। ਇੱਕ ਨਵੀਂ ਸੁਸਾਇਟੀ ਬਣਾਈ ਗਈ ਜਿਹਦਾ ਨਾਂ ਹੈ ਸੈਯਦ ਇਮਤਿਆਜ਼ ਅਲੀ ਤਾਜ ਸੁਸਾਇਟੀ ਫॉर ਡਰਾਮੈਟਿਕਸ, ਜਿਹਦਾ ਐਡਵਾਈਜ਼ਰ ਉਹਨਾਂ ਨੇ ਮੈਨੂੰ ਬਣਾ ਦਿੱਤਾ। ਔਰ ਮੈਂ ਵੀ ਘਬਰਾਇਆ ਸਾ ਬੜਾ, ਬਹੁਤ ਜ਼ਿਆਦਾ, ਕਿਉਂਕਿ ਜਦੋਂ ਤੁਸੀਂ ਸਿੱਖ ਰਹੇ ਹੁੰਦੇ ਹੋ ਉਦੋਂ ਹੋਰ ਚੀਜ਼ ਹੁੰਦੀ ਹੈ, ਜਦੋਂ ਫਿਰ ਸਿਖਾਉਣ ਲੱਗਦੇ ਹੋ ਫਿਰ ਬਿਲਕੁਲ ਹੀ ਹੋਰ ਚੀਜ਼ ਹੁੰਦੀ ਹੈ, ਔਰ ਫਿਰ ਤੁਹਾਨੂੰ ਐਡਵਾਈਜ਼ਰ ਬਣਾ ਦਿੱਤਾ ਜਾਵੇ। ਸੋ ਮੇਰੇ ਆਲੇ ਦੁਆਲੇ ਟੀਨਏਜਰ ਸਨ, ਮੈਂ ਤਾਂ ਖੈਰ ਹੁਣ ਟੀਨਏਜਰ ਤੇ ਨਹੀਂ ਰਿਹਾ, ਥੋੜਾ ਉਸ ਤੋਂ ਵੱਡਾ ਹੋ ਗਿਆ, ਲੇਕਿਨ ਉਹ ਟੀਨਏਜਰਸ ਨਾਲ ਕੰਮ ਕਰਨਾ, ਉਹਨਾਂ ਨੂੰ ਸਿਖਾਉਣਾ, ਉਹਨਾਂ ਕੋਲੋਂ ਸਿੱਖਣਾ, ਉਹ ਵੀ ਇੱਕ ਬੜੀ ਖੂਬਸੂਰਤ ਜਰਨੀ ਪੂਰੇ ਸਾਲ ਵਿੱਚ ਰਹੀ। ਕਿਉਂਕਿ ਵਿੱਚ ਪੈਂਡੈਮਿਕ ਰਿਹਾ, ਕਦੀ ਬੰਦ ਹੋ ਜਾਂਦਾ ਸੀ ਅਦਾਰਾ, ਕਦੀ ਖੁੱਲ ਜਾਂਦਾ ਸੀ, ਕਦੀ ਕੁਝ ਹੋ ਜਾਂਦਾ ਸੀ, ਲੇਕਿਨ ਉਹ ਜਰਨੀ ਬੜੀ ਖੂਬਸੂਰਤ ਰਹੀ। ਉਹਨਾਂ ਨੂੰ ਥੀਏਟਰ ਸਿਖਾਇਆ। ਸੋ ਮੇਰਾ ਥੀਏਟਰ ਨਾਲ, ਫਿਲਮ ਨਾਲ, ਔਰ ਲਿਖਣ ਦੇ ਨਾਲ ਕਹਿ ਲਓ ਤਾਲੁਕ ਹੈ, ਬ੍ਰਾਡਕਾਸਟਿੰਗ ਨਾਲ। ਆਖਰ 'ਚ ਮੈਂ ਜੋੜ ਦੇਣਾ ਪੀਟੀਵੀ ਦਾ ਹੈ ਕਿ ਆਡੀਸ਼ਨਸ ਕਾਲ ਹੋਏ ਸੀ, ਔਰ ਮੈਂ ਜਿਵੇਂ ਜਰਨੀ ਆਪਣੀ ਦੱਸੀ ਕਿ ਤਕਰੀਬਨ 6 ਸਾਲ ਮੈਂ ਰੇਡੀਓ ਤੇ ਬੋਲਦਾ ਰਿਹਾ, ਮੁxtਲਿਫ ਰੇਡੀਓ ਸਟੇਸ਼ਨਸ ਦੇ ਉੱਤੇ, ਉਰਦੂ ਵਿੱਚ ਵੀ, ਪੰਜਾਬੀ ਵਿੱਚ ਵੀ, ਫਿਰ ਡਰਾਮਾ ਵੀ ਕੀਤਾ। ਸੋ ਉਹ ਆਡੀਸ਼ਨਸ ਕਾਲ ਹੋਏ ਤੇ ਮੈਂ ਉੱਥੇ ਚਲਾ ਗਿਆ, ਔਰ ਉਸ जी, मेरी आवाज़ आ रही? मैं शायद डिस्कनेक्ट हो गया ਸੀ। ਜੀ ਤੁਹਾਡੀ ਆਵਾਜ਼ 1 ਸੈਕਿੰਡ ਵਾਸਤੇ ਡਿਸਕਨੈਕਟ ਹੋਈ ਸੀ। ਤੁਸੀਂ ਪੀਟੀਵੀ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ ਕਿ ਤੁਹਾਡਾ ਆਡੀਸ਼ਨ ਹੋਇਆ, ਫਿਰ ਤੁਹਾਨੂੰ ਕਾਮਯਾਬੀ ਕਿਵੇਂ ਹੋਈ, ਇਹ ਤੁਸੀਂ ਨਹੀਂ ਦੱਸਿਆ। ਹਾਂਜੀ, ਉਹ ਕਿਉਂਕਿ ਥੀਏਟਰ ਦੇ ਨਾਲ ਇੱਕ ਕੌਨਫੀਡੈਂਸ ਵੀ ਮਿਲਿਆ, ਔਰ ਰੇਡੀਓ ਡਰਾਮੇ ਨਾਲ ਵੀ ਕੌਨਫੀਡੈਂਸ ਮਿਲਿਆ ਹੋਇਆ ਸੀ, ਔਰ ਕਾਫੀ ਚੀਜ਼ਾਂ ਤੇ ਉਹ ਸ਼ਾਇਦ ਮੇਰੇ ਕਿਤੇ ਕੰਮ ਆ ਗਿਆ, ਔਰ ਆਡੀਸ਼ਨ ਜਿਹੜੇ ਨੇ ਉਹ ਮੇਰੇ ਕਾਮਯਾਬ ਚਲੇ ਗਏ, ਔਰ ਉਹਨਾਂ ਨੂੰ ਲੱਗਾ ਕਿ ਮੈਂ ਸ਼ਾਇਦ ਬਿਹਤਰ ਪੰਜਾਬੀ ਬੋਲਦੇ ਹਾਂ, ਔਰ ਨੌਜਵਾਨ। ਸੋ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਪਾਕਿਸਤਾਨ ਟੈਲੀਵਿਜ਼ਨ ਨੇ। ਸੋ ਉਹ ਵੀ ਇੱਕ ਆਨਰ ਹੈ ਕਿ ਪਾਕਿਸਤਾਨ ਟੈਲੀਵਿਜ਼ਨ ਇੱਕ ਸਰਕਾਰੀ ਅਦਾਰੇ ਦੇ ਉੱਤੇ ਤੁਹਾਨੂੰ ਐਜ਼ ਐਨ ਐਂਕਰ ਪਰਸਨ ਰੱਖ ਲਿਆ ਜਾਏ। ਸੋ ਜਦੋਂ ਮੈਂ ਪਹਿਲੀ ਦਫਾ ਕੈਮਰੇ ਨੂੰ ਫੇਸ ਕੀਤਾ ਸੀ, ਕਿਉਂਕਿ ਮੇਰਾ ਮਾਈਕ ਦੇ ਨਾਲ ਤਾਲੁਕ ਸੀ, ਆਡੀਅੰਸ, ਲਾਈਵ ਆਡੀਅੰਸ ਨਾਲ ਵੀ ਤਾਲੁਕ ਸੀ, ਲੇਕਿਨ ਕੈਮਰਾ ਇੱਕ ਇੰਟਾਇਰਲੀ ਡਿਫਰੈਂਟ ਮੀਡੀਅਮ ਹੁੰਦਾ। ਮਤਲਬ ਫਿਰ ਲਾਈਟਾਂ ਬਲੀਆਂ ਸਾਰੀਆਂ, ਔਰ ਕੈਮਰਾ ਅੱਗੇ ਧਰਿਆ ਗਿਆ, ਔਰ ਕਿੰਨੇ ਬੜੇ ਕੈਮਰਾਮੈਨ ਹੋ ਗਏ, ਤਾਂ ਉਹਦਾ ਵੀ ਇੱਕ ਕਹਿ ਲਓ ਖਾਸ ਜਿਹਾ ਡਰ ਹੁੰਦਾ। ਸੋ ਲੇਕਿਨ ਕੁਝ ਬਹੁਤਾ ਫਰਕ ਨਹੀਂ ਪਿਆ, ਲੇਕਿਨ ਓਵਰਕਮ ਕਰ ਗਏ ਉਹਦੇ ਤੋਂ। ਤੇ ਅੱਜ ਕੱਲ੍ਹ ਉਹ ਸ਼ੋਅ ਕਰ ਰਹੇ, ਉਹਦਾ ਨਾਂ ਹੈ ਅੱਜ ਦਾ ਮਹਿਮਾਨ। ਪਹਿਲੇ ਮੈਨੂੰ ਜਿਹੜਾ ਸ਼ੋਅ ਦਿੱਤਾ ਗਿਆ ਸੀ ਉਹਦਾ ਨਾਂ ਸੀ ਸਾਡੇ ਨਾਲ, ਜਿਹਦੇ ਵਿੱਚ ਸਿੰਗਰ ਵਗੈਰਾ ਹੁੰਦੇ ਸਨ, ਫੋਕ ਸਿੰਗਰ ਹੁੰਦੇ ਸਨ, ਔਰ ਵੱਡੇ ਜਿਹੜੇ ਪੌਪ ਸਿੰਗਰ ਨੇ ਉਹ ਆਉਂਦੇ ਸਨ, ਉਹਨਾਂ ਦਾ ਇੰਟਰਵਿਊ ਹੁੰਦਾ ਸੀ, ਔਰ ਮਿਊਜ਼ਿਕ ਚੱਲਦਾ ਸੀ। ਹੁਣ ਜਿਹੜਾ ਪ੍ਰੋਗਰਾਮ ਹੈ ਉਹਦਾ ਨਾਂ ਹੈ ਅੱਜ ਦਾ ਮਹਿਮਾਨ। ਉਹ ਹਰ ਮੰਡੇ ਨੂੰ ਆਉਂਦਾ, ਸੋਮਵਾਰ ਨੂੰ 6:30 ਵਜੇ ਪੀਟੀਵੀ
ਪ੍ਰੋਫੈਸ਼ਨਲ ਦੇ ਉੱਤੇ, ਔਰ ਉਹਦੇ ਵਿੱਚ ਅਸੀਂ ਮੁxtਲਿਫ ਸ਼ੋਬੇ ਦੇ ਲੋਕਾਂ ਨੂੰ ਬੁਲਾਉਂਦੇ ਹਾਂ, ਡਾਕਟਰਸ, ਇੰਜੀਨੀਅਰਸ, ਲਾਇਰਸ, ਐਕਟਰਸ, ਕੋਈ ਵੀ ਹੋ ਸਕਦਾ, ਔਰ ਉਹਨਾਂ ਦੀ ਜਰਨੀ ਦੇ ਬਾਰੇ ਜਾਣਦੇ ਹਾਂ, ਉਹਨਾਂ ਦੇ ਨਾਲ ਅਸੀਂ ਗੁਫ਼ਤਗੂ ਕਰਨੇ ਹਾਂ। ਸੋ ਅੱਜ ਕੱਲ੍ਹ ਉਹ ਸ਼ੋਅ ਚੱਲ ਰਿਹਾ ਤੇ ਇਹ ਚੀਜ਼ਾਂ ਹੀ ਹਾਲੇ ਤੱਕ ਚੱਲ ਰਹੀਆਂ ਨੇ, ਨਾਲ ਗਰਮੀ ਚੱਲ ਰਹੀ ਹੈ ਲਾਹੌਰ ਦੇ ਵਿੱਚ। ਬਹੁਤ ਆਲਾ ਜੀ। ਮੈਨੂੰ ਤੁਸੀਂ ਨਾ ਇੱਕ ਅਜੀਬ ਜਿਹੀ ਮੁਸ਼ਕਿਲ 'ਚ ਪਾ ਦਿੱਤਾ, ਤੁਸੀਂ ਮੇਰੇ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤੇ ਨੇ। ਹੁਣ ਦੱਸੋ ਮੈਂ ਤੁਹਾਡੇ ਕੋਲੋਂ ਕੀ ਪੁੱਛਾਂ? ਨਹੀਂ, ਮੈਂ ਤੁਸੀਂ ਜਰਨੀ ਪੁੱਛੀ ਸੀ ਕਿ ਪੀਟੀਵੀ ਤੱਕ ਕਿੰਜ ਪਹੁੰਚੇ, ਤੇ ਮੈਂ ਤੇ ਜਰਨੀ ਬਸ ਦੱਸੀ, ਕਿਉਂਕਿ ਉਹ ਬਚਪਨ ਤੋਂ ਸ਼ੁਰੂ ਹੋਈ ਜਰਨੀ ਪੀਟੀਵੀ ਤੱਕ ਆਈ ਹੈ ਨਾ, ਅੱਗੋਂ ਪੀਟੀਵੀ ਤਾਂ ਪਤਾ ਨਹੀਂ ਕਿੱਧਰ ਜਾਣੀ ਕਿੱਧਰ ਨਹੀਂ ਜਾਣੀ। ਸੋ ਉਹ ਤੇ ਜ਼ਾਹਿਰ ਫਿਰ ਉਹ ਤੁਹਾਨੂੰ ਹੁਣ ਥੋੜਾ ਪਿਛੋਕੜ ਦੱਸਣਾ ਹੁਣ ਪੈਣਾ ਮੈਂ ਕਿ ਕਿਸ ਤਰ੍ਹਾਂ। ਮੈਂ ਤੁਹਾਡੇ ਕੋਲ ਸਵਾਲ ਪੁੱਛਣਾ ਸੀ ਕਿ ਤੁਸੀਂ ਪੰਜਾਬੀ ਦਾ ਇੰਤਖਾਬ ਕਿਉਂ ਕੀਤਾ? ਮੈਂ ਇਹ ਤੁਹਾਡੇ ਕੋਲ ਸਵਾਲ ਪੁੱਛਣਾ ਸੀ ਕਿ ਤੁਸੀਂ ਪੀਟੀਵੀ ਤੇ ਕਿਉਂ ਗਏ? ਤੁਸੀਂ ਆਪਣੀਆਂ ਫਿਲਮਾਂ ਕਿਉਂ ਨਹੀਂ ਬਣਾਈਆਂ? ਹੁਣ ਤੁਸੀਂ ਫਿਲਮਾਂ ਵੀ ਬਣਾ ਦਿੱਤੀਆਂ, ਤੁਸੀਂ ਪੀਟੀਵੀ ਤੇ ਵੀ ਚਲੇ ਗਏ, ਤੁਸੀਂ ਸਾਰੇ ਸਵਾਲਾਂ ਦਾ ਜਵਾਬ ਦੇ ਦਿੱਤਾ। ਇਹ ਦੱਸੋ ਕਿ ਤੁਹਾਡੀ ਜਿਹੜੀ ਗੁਨਾਗੂ ਮੁਖਤਲਿਫ ਮੈਨੂੰ ਨਜ਼ਰ ਆ ਰਹੇ ਨੇ ਖੂਬੀਆਂ ਇੱਕ ਇਨਸਾਨ ਦੇ ਅੰਦਰ, ਕਿ ਉਹ ਰਾਈਟਰ ਵੀ ਹੈ, ਉਹ ਐਕਟਰ ਵੀ ਹੈ, ਉਹ ਵਾਇਸ ਓਵਰ ਦਾ ਮਾਹਿਰ ਵੀ ਹੈ, ਉਹ ਹੋਸਟ ਵੀ ਹੈ। ਤੁਹਾਨੂੰ ਸਭ ਤੋਂ ਅੱਛਾ ਰੋਲ ਕਿਹੜਾ ਲੱਗਾ? ਕਿਹੜਾ ਮੀਡੀਆ ਤੁਹਾਨੂੰ ਜ਼ਿਆਦਾ ਸੂਟ ਕੀਤਾ? ਦੇਖੋ ਜੀ, ਕੈਟੇਗਰਾਈਜ਼ੇਸ਼ਨ ਥੋੜੀ ਜਿਹੀ ਮੁਸ਼ਕਿਲ ਹੋ ਜਾਏਗੀ, ਕਿਉਂਕਿ ਬੁਨਿਆਦੀ ਤੌਰ ਦੇ ਉੱਤੇ ਤੇ ਮੈਂ ਆਪਣੇ ਆਪ ਨੂੰ ਇੱਕ ਕਹਾਣੀਕਾਰ ਸਮਝਦਾ ਵਾਂ, ਕਹਾਣੀ ਕਹਿਣ ਵਾਲਾ। ਉਹਦੇ ਵਿੱਚ ਫਿਰ ਅੱਗੋਂ ਮੀਡੀਅਮ ਆ ਜਾਂਦੇ ਨੇ। ਇੱਕ ਤੇ ਹੁੰਦਾ ਲਿਖ ਕੇ ਤੁਸੀਂ ਕੋਈ ਕਹਾਣੀ ਬਿਆਨ ਕਰਦੇ ਹੋ, ਜਿਹਨੂੰ ਅਸੀਂ ਅਫਸਾਨਾ ਕਹਿੰਦੇ ਹਾਂ, ਸ਼ਾਰਟ ਸਟੋਰੀ ਕਹਿੰਦੇ ਹਾਂ, ਜਾਂ ਤੁਸੀਂ ਨਾਵਲ ਲਿਖਦੇ ਹੋ, ਨਾਵਲਟ ਲਿਖਦੇ ਹੋ। ਫਿਰ ਤੁਹਾਡੇ ਕੋਲ ਮਾਈਕ ਦੀ ਸਹੂਲਤ ਹੁੰਦੀ ਹੈ, ਯਾਨੀ ਰੇਡੀਆਈ ਡਰਾਮਾ ਜਿਹਨੂੰ ਅਸੀਂ ਕਹਿੰਦੇ ਹਾਂ, ਰੇਡੀਓ ਦਾ ਡਰਾਮਾ ਬਣਾ ਕੇ ਤੁਸੀਂ ਕਹਾਣੀ ਦੱਸਦੇ ਹੋ। ਫਿਰ ਇਸੇ ਤਰ੍ਹਾਂ ਫਿਲਮ ਦਾ ਇੱਕ ਮੀਡੀਅਮ ਹੈ ਜਿਹਦੇ ਵਿੱਚ ਤੁਸੀਂ ਪਰਦੇ ਦੇ ਉੱਤੇ ਜਾਂ ਕੈਮਰੇ ਦੇ ਜ਼ਰੀਏ ਜਾਂ ਸਕਰੀਨ ਦੇ ਜ਼ਰੀਏ ਕਹਾਣੀ ਦੱਸ ਰਹੇ ਹੋ। ਫਿਰ ਇੱਕ ਥੀਏਟਰ ਦਾ ਮੀਡੀਅਮ ਹੈ ਜਿਹਦੇ ਵਿੱਚ ਤੁਸੀਂ ਲਾਈਵ ਪਰਫਾਰਮੈਂਸ ਦੇ ਰਹੇ ਹੋ, ਕੋਈ ਨਾ ਕੋਈ ਕਰੈਕਟਰ ਬਣਾ ਕੇ ਔਰ ਕਹਾਣੀ ਬਣਾ ਕੇ। ਸੋ ਗੱਲ ਬੁਨਿਆਦੀ ਤੇ ਆਈ ਹੈ ਕਿ ਆਈ ਐਮ ਅ ਸਟੋਰੀ ਟੈਲਰ, ਮੈਂ ਕਹਾਣੀ ਦੱਸਣ ਵਾਲਾ, ਕਹਾਣੀ ਕਹਿਣ ਵਾਲਾ, ਕਹਾਣੀ ਵਿਖਾਉਣ ਵਾਲਾ ਵਾਂ। ਉਹਦੇ ਮੁxtਲਿਫ ਮੀਡੀਅਮਸ ਨੇ ਜਿਨ੍ਹਾਂ ਨੂੰ ਮੈਂ ਵਰਤ ਕੇ ਕਹਾਣੀ ਆਪਣੀ ਦੱਸ ਰਿਹਾ ਹੁੰਦਾ। ਲੇਕਿਨ ਯਕੀਨੀ ਤੌਰ ਤੇ ਦੁਨੀਆ ਸਾਰੀ ਦੇ ਵਿੱਚ ਵੀ ਅਗਰ ਵੇਖਿਆ ਜਾਵੇ ਤਾਂ ਲੋਕੀ ਹਮੇਸ਼ਾ ਰਾਈਟਿੰਗ ਨੂੰ ਹੀ ਕੰਸੀਡਰ ਕਰਦੇ ਨੇ ਸੁਪਰੀਮ। ਉਹਦੀ ਵਜ੍ਹਾ ਹੈ ਵੀ ਕਿ ਲਿਖਾਰੀ ਬਹੁਤ ਜ਼ਿਆਦਾ ਦੁਨੀਆ ਤੇ ਨਹੀਂ ਪੈਦਾ ਹੁੰਦੇ, ਜਾਂ ਕਹਿ ਲਓ ਕਿ ਬਹੁਤ ਚੰਗੇ ਜਾਂ ਵੱਡੇ ਲਿਖਾਰੀ ਬਹੁਤ ਜ਼ਿਆਦਾ ਨਹੀਂ ਪੈਦਾ ਹੁੰਦੇ ਦੁਨੀਆ ਦੇ ਵਿੱਚ, ਮੁxtਲਿਫ ਜ਼ੁਬਾਨਾਂ ਦੀ ਅਗਰ ਗੱਲ ਕਰੀਏ। ਸੋ ਲਿਖਣ ਦੇ ਵਿੱਚ ਕਹਿ ਲਓ ਕਿ ਮੇਰਾ ਜ਼ਿਆਦਾ ਇੰਟਰਸਟ ਵੀ, ਉਹਦੇ ਵਿੱਚ ਜ਼ੋਰ ਵੀ ਬਹੁਤਾ ਲੱਗਦਾ ਹੈ, ਉਹਦੇ ਵਿੱਚ ਆਪਣਾ ਖੂਨ ਵੀ ਸਾੜਨਾ ਪੈਂਦਾ, ਉਹਦੇ ਵਿੱਚ ਬੜੀਆਂ ਚੀਜ਼ਾਂ ਨੇ। ਉਹ ਇੱਕ ਲੰਬੀ ਡਿਸਕਸ਼ਨ ਬਣ ਜਾਏਗੀ ਕਿ ਲਿਖਣ ਦਾ ਸਾਰਾ ਪ੍ਰੋਸੈਸ ਹੈ ਕੀ ਔਰ ਕਿਸ ਤਰ੍ਹਾਂ ਹੁੰਦਾ। ਬਿਕਾਜ਼ ਇੱਕ ਤਾਂ ਇਮੈਜੀਨੇਸ਼ਨ ਤੁਹਾਡੀ ਹੈ ਹੀ ਹੈ ਵੀ, ਲੇਕਿਨ ਤੁਸੀਂ ਜਿਹੜਾ ਜਿਹਨੂੰ ਜਗ ਬੀਤੀ ਕਹਿੰਦੇ ਹੋ, ਹੱਡ ਬੀਤੀ ਕਹਿੰਦੇ ਹੋ, ਉਹ ਵੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਅੰਟਿਲ ਅਨਲੈਸ ਤੁਸੀਂ ਕਲਮ ਚੁੱਕ ਕੇ ਕੁਝ ਲਿਖਣ ਬਹਿ ਗਏ ਹੋ ਕਿ ਤੁਸੀਂ ਦੁਨੀਆ 'ਚ ਵੇਖਿਆ ਕੀ ਹੈ। ਤਾਂ ਕਹਾਣੀਕਾਰ ਤੇ ਤੁਹਾਨੂੰ ਉਹ ਪਾਸਾ ਵਿਖਾਉਂਦਾ ਜਿਹੜਾ ਅੱਖੋਂ ਪਿਛਲੇ ਪਾਸੇ ਹੁੰਦਾ, ਉਜਲ ਹੁੰਦਾ, ਯਾਨੀ ਕਿ ਸਿੱਕੇ ਦਾ ਦੂਸਰਾ ਰੁਖ ਵੀ ਵਿਖਾਉਂਦਾ ਤੁਹਾਨੂੰ ਕਿ ਇਸ ਪਾਸਿਓਂ ਵੀ ਵੇਖੋ ਇਨਸਾਨਾਂ ਨੂੰ ਜਾਂ ਮੁਆਸ਼ਰੇ ਨੂੰ ਜਾਂ ਕਿਸੇ ਵੀ ਮੌਜੂ ਨੂੰ। ਸੋ ਜਿਵੇਂ ਮੰਟੋ ਨੇ ਕਿਹਾ ਸੀ ਨਾ ਕਿ ਅਗਰ ਮੇਰੀਆਂ ਕਹਾਣੀਆਂ ਬਰਦਾਸ਼ਤ ਤੋਂ ਬਾਹਰ ਨੇ ਤੇ ਤੁਹਾਡਾ ਮੁਆਸ਼ਰਾ ਬਰਦਾਸ਼ਤ ਤੋਂ ਬਾਹਰ ਹੈ, ਤਾਂ ਮੇਰੀ ਕਹਾਣੀ ਨੂੰ ਤੁਸੀਂ ਗਾਲ ਕੱਢ ਦਿਓਗੇ ਜਾਂ ਉਹਦੇ ਤੇ ਬੈਨ ਲਾ ਦਿਓਗੇ ਜਾਂ ਮੇਰੇ ਤੇ ਮੁਕੱਦਮਾ ਚਲਾਓਗੇ, ਤਾਂ ਉਹਦੇ ਨਾਲ ਕੀ ਫਰਕ ਪੈ ਜਾਣਾ? ਕਿਉਂਕਿ ਜਿਸਮ ਫਰੋਸ਼ ਔਰਤਾਂ ਤੁਹਾਡੇ ਮੁਆਸ਼ਰੇ ਦਾ ਹਿੱਸਾ ਨੇ, ਔਰ ਮਤਲਬ ਊਚ ਨੀਚ ਦਾ ਜਿਹੜਾ ਸਾਰਾ ਨਿਜ਼ਾਮ ਹੈ ਉਹ ਵੀ ਤੁਹਾਡੇ ਮੁਆਸ਼ਰੇ ਦੇ ਵਿੱਚ ਹੈ ਵੇ, ਅਮੀਰੀ ਗਰੀਬੀ ਵੀ ਹੈ ਵੇ, ਲੋਕੀ ਕਤਲ ਵੀ ਕਰਦੇ ਨੇ। ਸੋ ਗੁਨਾਹ ਵੀ ਹੈ, ਸਵਾਬ ਵੀ ਹੈ, ਜੁਰਮ ਵੀ ਹੈ, ਸਜ਼ਾ ਵੀ ਹੈ, ਮੁਹੱਬਤ ਵੀ ਹੈ, ਉਹ ਸਾਰਾ ਕੁਝ ਤੁਹਾਡੇ ਆਲੇ ਦੁਆਲੇ ਵੱਸਦਾ ਹੈ। ਤੇ ਉਹਦੇ ਵਿੱਚ ਕਹਾਣੀਕਾਰ ਨੂੰ ਰੋਕ ਦੇਣਾ ਜਾਂ ਉਹਨੂੰ ਇਹ ਕਹਿ ਦੇਣਾ ਕਿ ਤੂੰ ਫਲਾਣੀ ਚੀਜ਼ ਨਹੀਂ ਲਿਖ ਸਕਦਾ, ਉਹ ਬੁਰੀ ਹੈ, ਸੋ ਉਹ ਤੁਹਾਨੂੰ ਆਪਣੇ ਮੁਆਸ਼ਰੇ ਵਿੱਚੋਂ ਕੱਢਣੀ ਪਏਗੀ। ਸੋ ਇਹ ਗੱਲ ਕਿ ਜਿਹੜਾ ਬਿਆਨ ਕਰਨ ਦਾ ਕਲਚਰ ਹੈ ਉਹ ਤੇ ਸਾਡੇ ਮੁਲਕ ਦੇ ਵਿੱਚ ਖੈਰ ਚੱਲ ਹੀ ਰਿਹਾ, ਹਾਲੇ ਵੀ ਚੱਲ ਰਿਹਾ। ਪਿਛਲੇ ਦਿਨੋਂ ਅਗਰ ਤੁਹਾਨੂੰ ਯਾਦ ਹੋਵੇ ਕਿ ਜਿਹੜੀ ਇੱਕ ਕਿਤਾਬ ਸੀ ਬੜੀ ਫੇਮਸ ਹੋਈ, ਦ ਕੇਸ ਆਫ ਐਕਸਪਲੋਡਿੰਗ ਮੈਂਗੋਜ਼, ਜਿਹੜੀ ਕਿ ਲਿਖੀ ਗਈ ਸੀ ਇੱਕ ਡਿਕਟੇਟਰ ਸਾਹਿਬ ਜਿਹੜੇ ਜਹਾਜ਼ ਦੇ ਵਿੱਚ ਫਟੇ ਸਨ ਉਹਨਾਂ ਦੇ ਬਾਰੇ। ਉਹਦਾ ਜਦੋਂ ਉਰਦੂ ਵਰਜਨ ਆਇਆ ਤੇ ਫਿਰ ਜਿਹੜਾ ਪਬਲਿਸ਼ਰ ਸੀ ਉਹਦੇ ਦਫ਼ਤਰ ਤੇ ਛਾਪਾ ਮਾਰਿਆ ਗਿਆ ਔਰ ਉਹ ਸਾਰੀਆਂ ਕਿਤਾਬਾਂ ਚੁੱਕ ਲਈਆਂ ਗਈਆਂ ਤਾਂ ਕਿ ਉਹ ਉਰਦੂ ਵਰਜਨ ਜਿਹੜਾ ਉਸ ਕਿਤਾਬ ਦਾ ਆਮ ਆਵਾਮ ਤੱਕ ਨਾ ਪਹੁੰਚ ਸਕੇ। ਕਿਉਂਕਿ ਅੰਗਰੇਜ਼ੀ ਅਸੀਂ ਥੋੜੀ ਘੱਟ ਜਾਣਦੇ ਹਾਂ ਔਰ ਸਾਡੇ ਲੋਕ ਅੰਗਰੇਜ਼ੀ ਥੋੜੀ ਘੱਟ ਪੜ੍ਹਦੇ ਨੇ, ਖਾਸ ਇਲੀਟ ਕਹਿ ਲਓ ਜਾਂ ਇੱਕ ਖਾਸ ਤਬਕਾ ਕਹਿ ਲਓ, ਜੋ ਵੀ ਹੈ
ਉਹ ਅੰਗਰੇਜ਼ੀ ਲਿਖਦਾ ਪੜ੍ਹਦਾ ਹੈਗਾ। ਆਮ ਲੋਕ ਉਰਦੂ ਪੜ੍ਹਦੇ ਨੇ ਜਾਂ ਫਿਰ ਪੰਜਾਬੀ ਜਾਂ ਬਾਕੀ ਜਿੰਨੀਆਂ ਤੁਹਾਡੀਆਂ ਰੀਜਨਲ ਲੈਂਗੁਏਜਸ ਨੇ ਉਹਨਾਂ ਨਾਲ ਉਹਨਾਂ ਦਾ ਕਨੈਕਸ਼ਨ ਹੁੰਦਾ। ਸੋ ਉਹ ਕਿਤਾਬ ਆਮ ਲੋਕਾਂ ਤੱਕ ਨਹੀਂ ਪਹੁੰਚ ਸਕੀ ਉਰਦੂ ਦੇ ਵਿੱਚ। ਸੋ ਉਹ ਬੈਨ ਕਰਨ ਵਾਲਾ ਕਲਚਰ ਜਿਹੜਾ ਜਾ ਰਿਹਾ ਉਹ ਤੇ ਚੱਲ ਹੀ ਰਿਹਾ ਮੁਲਕ ਦੇ ਵਿੱਚ। ਕਦੀ ਕਿਸੇ ਸਹਾਫੀ ਨੂੰ ਕਰ ਦਿੱਤਾ ਜਾਂਦਾ ਬੈਨ, ਕਦੀ ਕਿਸੇ ਰਾਈਟਰ ਨੂੰ, ਕਦੀ ਕਿਸੇ ਆਰਟਿਸਟ ਨੂੰ ਕਿ ਉਹ ਫਲਾਣੀ ਫਿਲਮ ਨਹੀਂ ਬਣਾ ਸਕਦਾ ਜਾਂ ਫਲਾਣਾ ਸੀਨ ਕੱਟ ਦਿੱਤਾ ਜਾਵੇ। ਜਿਵੇਂ ਚੁੜੈਲਸ ਨਾਮੀ ਇੱਕ ਸੀਰੀਜ਼ ਬੜੀ ਵਧੀਆ ਪਾਕਿਸਤਾਨੀ ਡਾਇਰੈਕਟਰ ਨੇ ਬਣਾਈ Z5 ਵਾਸਤੇ, ਇੰਡੀਅਨ Z5 ਜਿਹੜਾ ਇੱਕ ਪ੍ਰੋਡਕਸ਼ਨ ਹਾਊਸ ਹੈ ਜਾਂ ਜੋ ਵੀ ਉਹਨਾਂ ਵਾਸਤੇ, ਤੇ ਉਹਨੂੰ ਬੈਨ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਨੂੰ ਲੱਗਾ, ਮੈਂ ਨਹੀਂ ਕਹਿ ਰਿਹਾ, ਉਹਨਾਂ ਨੂੰ ਲੱਗਾ ਕਿ ਸ਼ਾਇਦ ਇਨਅਪਰੋਪਰੀਏਟ ਹੈ ਪਾਕਿਸਤਾਨੀ ਮੁਆਸ਼ਰੇ ਦੇ ਮੁਤਾਬਕ ਕਿ ਇੱਕ ਬੰਦੀ ਨੇ ਇੱਕ ਡਾਇਲੋਗ ਇਸ ਤਰ੍ਹਾਂ ਦਾ ਬੋਲਿਆ ਸੀ ਉਹਦੇ ਵਿੱਚ। ਸੋ ਚੀਜ਼ਾਂ ਕੋਲੋਂ ਲੁਕ ਜਾਣਾ, ਡਰ ਜਾਣਾ ਸ਼ਾਇਦ ਚੀਜ਼ਾਂ ਦਾ ਹੱਲ ਨਹੀਂ ਹੈ। ਅੱਖਾਂ ਨੂੰ ਮੀਟ ਲੈਣਾ, ਕਿਉਂਕਿ ਬਿੱਲੀ ਕਦੀ ਵੀ ਕਬੂਤਰ ਨੂੰ ਛੱਡਦੀ ਨਹੀਂ, ਉਹ ਭਾਵੇਂ ਅੱਖਾਂ ਬੰਦ ਕਰਕੇ ਬੈਠਾ ਰਹੇ ਉਹ ਖਾ ਜਾਂਦੀ ਹੈ। ਸੋ ਅੱਖਾਂ ਖੋਲ ਕੇ, ਵਕਤ ਦੀਆਂ ਅੱਖਾਂ 'ਚ ਅੱਖਾਂ ਪਾ ਕੇ, ਮਸਲੇ ਨੂੰ ਸਮਝ ਕੇ ਉਹਦਾ ਹੱਲ ਕੱਢਾਂਗੇ ਤੇ ਫੇਰ ਹੀ ਹੈ। ਕਿਉਂਕਿ ਥੱਲੇ ਅਗਰ ਜ਼ਖਮ ਹੈ ਉਹਦੇ ਵਿੱਚ ਪੀਪ ਪਈ ਹੈ, ਉੱਤੇ ਪੱਟੀ ਵੀ ਲੇਟ ਦਿਓ ਤੁਸੀਂ, ਉਹ ਥੱਲੋਂ ਖਰਾਬ ਹੁੰਦਾ ਰਹੇਗਾ, ਤੁਹਾਨੂੰ ਉਹਦਾ ਹੱਲ ਕੱਢਣਾ ਪਏਗਾ। ਬਹੁਤ ਹੀ ਆਲਾ। ਬੜਾ ਮਜ਼ਾ ਆਇਆ ਕਿ ਤੁਸੀਂ ਚੀਜ਼ਾਂ ਨੂੰ ਬੜੀ ਡੀਪਲੀ ਸਮਝਦੇ ਹੋ ਤੇ ਉਹਨਾਂ ਦੇ ਬਾਰੇ ਤੁਹਾਡਾ ਤਬਸਰਾ ਜਿਹੜਾ ਹੈ ਉਹ ਸਮਝਣ ਵਾਸਤੇ ਤੁਹਾਡੀ ਜ਼ਾਤ ਨੂੰ, ਤੁਹਾਡੀ ਸ਼ਖਸੀਅਤ ਨੂੰ ਇੱਕ ਬੜਾ ਸਪੋਰਟਿਵ ਹੈ। ਤੇ ਮੈਂ ਤੁਹਾਡੇ ਕੋਲੋਂ ਇਹ ਪੁੱਛਣਾ ਚਾਹ ਰਿਹਾ ਕਿ ਜਿਹੜੀ ਤੁਸੀਂ ਕਹਾਣੀ ਦੀ ਗੱਲ ਕਰ ਰਹੇ ਸੀ, ਸਟੋਰੀ ਟੈਲਰ, ਇਹ ਸਟੋਰੀ ਟੈਲਰ ਜਿਹੜਾ ਹੈ ਇਹ ਕੀ ਖਸੂਸੀਆਤ ਚਾਹੀਦੀਆਂ ਨੇ ਇੱਕ ਅੱਛਾ ਸਟੋਰੀ ਟੈਲਰ ਬਣਨ ਵਾਸਤੇ? ਕਿਉਂਕਿ ਮੈਂ ਖੁਦ ਆਪਣੀ ਜ਼ਾਤ ਵਿੱਚ ਮੈਂ ਇੱਕ ਅੱਛਾ ਸਟੋਰੀ ਟੈਲਰ ਬਣਨਾ ਚਾਹੁੰਦਾ, ਲੇਕਿਨ ਮੈਂ ਬਣ ਨਹੀਂ ਪਾਇਆ। ਮੈਂ ਹਮੇਸ਼ਾ ਚੰਕਸ ਦੇ ਵਿੱਚ ਗੱਲ ਕਰਦਾ, ਛੋਟੇ ਛੋਟੇ ਟੁਕੜਿਆਂ ਦੇ ਵਿੱਚ ਗੱਲ ਕਰਦਾ। ਇੱਕ ਲੰਬੀ ਕਹਾਣੀ, ਇੱਕ ਸਟੋਰੀ ਸੁਣਾਉਣਾ ਉਹ ਮੇਰੇ ਵਾਸਤੇ ਬੜਾ ਮੁਸ਼ਕਿਲ ਹੋ ਜਾਂਦਾ ਹੈ। ਤੇ ਲਿਖਣ ਬਵਾਂ ਤੇ ਸ਼ਾਇਦ ਮੈਂ ਕਦੇ ਕਦੇ ਬਾਅਦ ਵਕਤ ਅੱਛਾ ਵੀ ਲਿਖ ਲੈਂਦਾ, ਲੇਕਿਨ ਓਵਰਆਲ ਮੈਨੂੰ ਦੁਸ਼ਵਾਰੀ ਹੁੰਦੀ ਹੈ ਸਟੋਰੀ ਟੈਲਰ ਦੇ ਮਾਮਲਾਤ ਵਿੱਚ। क्या ਤੁਸੀਂ ਰਹਿਨੁਮਾਈ ਦੇ ਸਕਦੇ ਹੋ? ਮੇਰੇ ਜੈਸੇ ਹੋਰ ਵੀ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਸਟੋਰੀ ਟੈਲਰ ਬਣਨਾ ਚਾਹੁੰਦੇ ਨੇ, ਤੇ ਉਹਨਾਂ ਨੂੰ ਕਿਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਔਰ ਕਿਹਨਾਂ ਚੀਜ਼ਾਂ ਨੂੰ ਅਵਾਇਡ ਕਰਨਾ ਚਾਹੀਦਾ ਹੈ, ਇਹ ਜ਼ਰਾ ਥੋੜਾ ਜਿਹਾ ਰੋਸ਼ਨੀ ਪਾਓ। ਅੱਛਾ, ਸਟੋਰੀ ਟੈਲਿੰਗ ਦੀ ਜਿੱਥੋਂ ਤੱਕ ਗੱਲ ਹੈ ਜਾਂ ਸ਼ਾਰਟ ਸਟੋਰੀ ਰਾਈਟਿੰਗ ਦੀ ਜਿੱਥੋਂ ਤੱਕ ਗੱਲ ਹੈ, ਅਸੀਂ ਪਹਿਲੇ ਵੀ ਜ਼ਿਕਰ ਕੀਤਾ ਔਰ ਮੈਂ ਆਪਣੀ ਵੀ ਮਿਸਾਲ ਦਿੱਤੀ ਕਿ ਮੈਂ ਬਚਪਨ ਤੋਂ ਹੀ ਕਿਤੇ ਨਾ ਕਿਤੇ ਕਹਾਣੀ ਦੇ ਨਾਲ ਜੁੜ ਗਿਆ। ਉਹ ਮਸਲਾ ਇਹ ਵੀ ਕਿ ਅੱਜ ਕੱਲ੍ਹ ਦੇ ਜਿਹੜੇ ਸਾਡੇ ਬੱਚੇ ਸਕੂਲ ਜਾਂਦੇ ਨੇ ਉਹ ਤਾਲੀਮ ਹਾਸਲ ਕਰਨ ਜਾਂਦੇ, ਲੇਕਿਨ ਉਹਦੇ ਨਾਲ ਉਹ ਜਿਹੜਾ ਤਰਬੀਅਤ ਦਾ ਲਫ਼ਜ਼ ਹੈ ਉਹ ਕੱਟ ਦਿੱਤਾ ਗਿਆ ਜਾਂ ਅਸੀਂ ਭੁੱਲ ਗਏ ਹਾਂ ਕਿਤੇ ਨਾ ਕਿਤੇ। ਕਿਉਂਕਿ ਹਮੇਸ਼ਾ ਜਦੋਂ ਅਸੀਂ ਬਚਪਨ 'ਚ ਪੜ੍ਹਦੇ ਸਾਂ ਇੱਕ ਰਸਾਲਾ ਹੁੰਦਾ ਸੀ ਬੱਚਿਆਂ ਦਾ ਤਾਲੀਮੋ ਤਰਬੀਅਤ ਦੇ ਨਾਂ ਤੋਂ ਉਰਦੂ ਦੇ ਵਿੱਚ। ਹਮੇਸ਼ਾ ਜਦੋਂ ਸਕੂਲ ਦੀ ਗੱਲ ਹੁੰਦੀ ਹੈ ਐਜੂਕੇਸ਼ਨ ਦੀ, ਤੇ ਉਹਦੇ ਵਿੱਚ ਤਾਲੀਮੋ ਤਰਬੀਅਤ ਹੁੰਦੀ ਹੈ। ਯਾਨੀ ਕਿ ਇੱਕ ਤੇ ਕਿਤਾਬਾਂ 'ਚ ਜੋ ਲਿਖਿਆ ਉਹ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਕਿ ਤੂੰ ਅਲਫ ਬੇ ABC 1 2 3 ਸਿੱਖਣੀ ਹੈ। ਫਿਰ ਉਹਦੀ ਤਰਬੀਅਤ ਕੀਤੀ ਜਾਂਦੀ ਹੈ ਕਿ ਮੁਆਸ਼ਰਾ ਕੀ ਹੈ, ਤੂੰ ਕਿਵੇਂ ਉੱਠਣਾ ਬਹਿਣਾ ਹੈ, ਖਾਣਾ ਪੀਣਾ ਕਿਵੇਂ, ਗੱਲਬਾਤ ਕਿਵੇਂ ਕਰਨੀ ਹੈ, ਉਹ ਤਰਬੀਅਤ ਵਿੱਚ ਆ ਜਾਂਦਾ। ਸੋ ਸਾਡੇ ਜਦੋਂ ਉੱਥੇ ਗੱਲ ਥੋੜੀ ਹੋਰ ਪਾਸੇ ਜਾ ਰਹੀ, ਲੇਕਿਨ ਮੈਂ ਵਾਪਸ ਸਟੋਰੀ ਟੈਲਿੰਗ ਵੱਲ ਆਵਾਂਗਾ ਕਿ ਜਦੋਂ ਪ੍ਰਾਈਵੇਟ ਸਕੂਲਸ ਖੁੱਲੇ ਨੇ ਔਰ ਗਲੀ ਗਲੀ ਖੁੱਲ ਗਏ ਨੇ ਜਿਨ੍ਹਾਂ ਦੇ ਕੋਲ ਇੰਨੀ ਸਪੇਸ ਵੀ ਨਹੀਂ ਸੀ ਕਿ ਬੱਚੇ ਜਿਹੜੇ ਨੇ ਉਹ ਕੋਈ ਫਿਜ਼ੀਕਲ ਗੇਮ ਹੀ ਕਰ ਲੈਣ, ਤੇ ਉਹ ਸਿਰਫ ਸਵੇਰ ਜਾਂਦੇ ਸਨ, ਉੱਥੇ ਜਾ ਕੇ ਪੜ੍ਹਦੇ ਸਨ, ਟੀਚਰ ਜੋ ਵੀ ਪੜ੍ਹਾ ਰਿਹਾ ਜਿਹਦੀ ਵੀ ਟੀਚਰ ਹੈ ਜਾਂ ਮੇਲ ਹੈ ਜਾਂ ਫੀਮੇਲ ਹੈ, ਫਿਰ ਉਹ ਵਾਪਸ ਆ ਕੇ ਟਿਊਸ਼ਨ ਪੜ੍ਹਨ ਚਲੇ ਜਾਂਦੇ ਨੇ ਔਰ ਵਾਪਸ ਆ ਕੇ ਸੌਂ ਜਾਂਦੇ ਨੇ। ਇਹ ਸਾਰੇ ਪ੍ਰੋਸੈਸ ਦੇ ਵਿੱਚ ਨਾ ਤੇ ਉਹਨਾਂ ਵਾਸਤੇ ਕੋਈ ਖੇਡ ਫਿਜ਼ੀਕਲੀ ਜਿਹੜੇ ਕਿ ਉਹ ਫਿਟ ਰਹਿਣ, ਕਿਉਂਕਿ ਤੁਹਾਡੀਆਂ ਆਪਣੀਆਂ ਕਿਤਾਬਾਂ 'ਚ ਲਿਖਿਆ ਕਿ ਅ ਹੈਲਦੀ ਬੋਡੀ ਹੈਜ਼ ਅ ਹੈਲਦੀ ਮਾਈਂਡ, ਤੇ ਤੁਹਾਡੀ ਬੋਡੀ ਹੈਲਦੀ ਨਹੀਂ ਤੇ ਮਾਈਂਡ ਕਿੱਥੋਂ ਹੈਲਦੀ ਹੋਣਾ। ਉਹ ਤਰਬੀਅਤ ਵਾਲਾ ਪੋਰਸ਼ਨ ਹੀ ਵਿੱਚੋਂ ਗਾਇਬ ਹੋ ਗਿਆ, ਇਮੈਜੀਨੇਸ਼ਨ ਦਾ ਪੋਰਸ਼ਨ ਗਾਇਬ ਹੋ ਗਿਆ, ਸਵਾਲ ਚੁੱਕਣ ਦਾ ਪੋਰਸ਼ਨ ਵਿੱਚੋਂ ਗਾਇਬ ਹੋ ਗਿਆ। ਕਿਉਂਕਿ ਜਦੋਂ ਸਵਾਲ ਬੱਚਾ ਕਰਦਾ ਤੇ ਸਿੱਖਦਾ, ਕਿਉਂਕਿ ਬੱਚੇ ਨੂੰ ਸਾਡੇ ਇੱਕ ਰੀਤ ਰਿਵਾਜ ਬਣ ਗਿਆ ਹੋਇਆ ਸਾਡੇ ਮੁਆਸ਼ਰੇ ਦਾ ਕਿ ਕੋਈ ਬੱਚਾ ਸਵਾਲ ਪੁੱਛਦਾ ਤਾਂ ਉਹਨੂੰ ਕਹਿੰਦੇ ਨੇ ਚੁੱਪ ਕਰ, ਚੁੱਪ ਕਰਕੇ ਪੜ੍ਹ, ਐ ਨਹੀਂ ਪੁੱਛੀਦਾ, ਗੱਲਾਂ ਨਹੀਂ ਕਰੀਦੀਆਂ। ਬਈ ਉਹ ਜਦੋਂ ਤੁਹਾਡੇ ਕੋਲੋਂ ਨਹੀਂ ਪੁੱਛੇਗਾ ਤੇ ਕਿਹਦੇ ਕੋਲ ਪੁੱਛੇਗਾ? ਇਮੇਜਿਨ ਕਰੋ ਨਾ, ਇੱਕ ਛੋਟਾ ਬੱਚਾ, ਉਹਦੇ ਜ਼ਿਹਨ 'ਚ ਕੋਈ ਸਵਾਲ ਆ ਰਿਹਾ ਕਿਸੇ ਵੀ ਬਾਰੇ ਹੋ ਸਕਦਾ, ਮਜ਼ਹਬ ਬਾਰੇ ਵੀ ਹੋ ਸਕਦਾ ਹੈ, ਮੁਆਸ਼ਰੇ ਬਾਰੇ ਵੀ ਹੋ ਸਕਦਾ ਹੈ, ਆਪਣੇ ਬਾਰੇ ਵੀ ਹੋ ਸਕਦਾ ਹੈ, ਕਿਸੇ ਵੀ ਚੀਜ਼ ਦੇ ਬਾਰੇ। ਉਹ ਕਿਹਦੇ ਕੋਲੋਂ ਪੁੱਛੇ?
ਕਿਤਾਬਾਂ ਵਿੱਚ ਤੇ ਹਰ ਸ਼ੈ ਨਹੀਂ ਲਿਖੀ ਹੋਈ ਨਾ, ਤੇ ਉਹਨੇ ਤੁਹਾਡੇ ਕੋਲੇ ਪੁੱਛਣਾ ਹੈ। ਤੇ ਜਿਹੜਾ ਇਹ ਕਲਚਰ ਖਤਮ ਕਰ ਦਿੱਤਾ ਗਿਆ ਨਾ ਕਿ ਸਵਾਲ ਨਹੀਂ ਕਰਨਾ, ਉਹਨੇ ਵੀ ਕਿਤੇ ਨਾ ਕਿਤੇ ਬੱਚੇ ਦੀ ਇਮੇਜਿਨੇਸ਼ਨ ਦੇ ਉੱਤੇ ਅਸਰ ਪਾਇਆ, ਉਹਨੂੰ ਰੋਕ ਦਿੱਤਾ, ਉਹਨੂੰ ਡੱਕ ਦਿੱਤਾ। ਠੀਕ ਹੈ, ਹੁਣ ਸਾਡੇ ਇੱਥੇ ਮੈਟ੍ਰਿਕ ਹੁੰਦਾ ਹੈ ਔਰ ਓ ਲੈਵਲ ਹੁੰਦਾ ਹੈ, ਦੋਵਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਇਸ ਤਰ੍ਹਾਂ ਕਿ ਉਹ ਕਨਸੈਪਚੁਅਲ ਜਵਾਬ ਚਾਹੁੰਦੇ ਨੇ ਓ ਲੈਵਲ ਵਾਲੇ, ਮੈਟ੍ਰਿਕ ਵਾਲੇ ਬੱਚੇ ਕੋ ਰਟਿਆ ਰਟਾਇਆ ਜਵਾਬ ਚਾਹੁੰਦੇ ਨੇ ਕਿ ਉਹਦੇ ਸਪੈਲਿੰਗ ਵੀ ਉਸੇ ਤਰ੍ਹਾਂ ਹੋਣ, ਲਾਈਨ ਵੀ ਉਹਨੇ ਉਸੇ ਤਰ੍ਹਾਂ ਲਿਖੀ ਹੋਏ ਔਰ ਸਭ ਕੁਝ ਉਹਨੇ ਜੋ ਤੋਤੇ ਦੀ ਤਰ੍ਹਾਂ ਰਟਿਆ ਉਹ ਲਿਖ ਦਿੱਤਾ, ਉਹਨੂੰ ਨੰਬਰ ਮਿਲ ਗਏ ਨੇ, ਦੈਟਸ ਇਟ। ਲੇਕਿਨ ਬੱਚੇ ਦੀ ਗਰੂਮਿੰਗ ਕੀ ਹੋਈ ਹੈ ਕੱਖ ਪਤਾ ਨਹੀਂ। ਬੱਚੇ ਨੂੰ ਪੁੱਛੋ ਕਿ ਬਈ ਸਾਡਾ ਕੈਪੀਟਲ ਕਿਹੜਾ ਹੈ, ਉਹ ਦੱਸ ਦੇਗਾ, ਪੰਜਾਬ ਦਾ ਕੈਪੀਟਲ ਕਿਹੜਾ ਹੈ ਉਹ ਸ਼ਾਇਦ ਨਹੀਂ ਦੱਸੇਗਾ। ਮੈਟ੍ਰਿਕ ਦੀ ਗੱਲ ਕਰ ਰਹੇ ਹਾਂ ਜਾਂ ਹੋਰ ਇਸ ਤਰ੍ਹਾਂ ਦੇ ਬੜੇ ਸਾਦਾ ਸਵਾਲ ਜਿਹੜੇ ਕਿ ਹਰ ਕਿਸੇ ਨੂੰ ਪਤਾ ਹੋਣੇ ਚਾਹੀਦੇ ਨੇ, ਉਹਨੂੰ ਨਹੀਂ ਪਤਾ ਹੁੰਦੇ। ਉਹਦੀ ਵਜ੍ਹਾ ਹੈ ਕਿ ਉਹ ਸਵਾਲ ਹੀ ਨਹੀਂ ਕਰਨ ਦਿੱਤਾ ਜਾ ਰਿਹਾ। ਸੋ ਸ਼ੁਰੂਆਤ ਹੁੰਦੀ ਹੈ ਇਮੇਜਿਨੇਸ਼ਨ ਤੋਂ, ਗੱਲ ਨੂੰ ਸੋਚਣਾ ਵੇਖਣਾ, ਕਿਉਂਕਿ ਕਹਾਣੀ ਦੇ ਨਾਲ ਇਨਸਾਨਾਂ ਦਾ ਬਹੁਤ ਪੁਰਾਣਾ ਤਾਲੁਕ ਹੈ। ਜਦੋਂ ਜਿਹੜਾ ਤੁਹਾਡਾ ਇਸਲਾਮ ਹੈ, ਕਿਉਂਕਿ ਇਬਰਾਹਿਮੀ ਜਿਹੜਾ ਮਜ਼ਹਬ ਹੈ ਉਹਦੀ ਐਕਸਟੈਂਸ਼ਨ ਕਿਹਾ ਜਾਂਦਾ ਹੈ ਇਸਲਾਮ ਨੂੰ, ਕ੍ਰਿਸਚੈਨਿਟੀ, ਜੂਡਾਇਜ਼ਮ, ਇਸਲਾਮ। ਉਸ ਤੋਂ ਪਹਿਲੇ ਦੇ ਵੀ ਜਿਹੜੇ ਸਾਰੇ ਮਜ਼ਹਬ ਨੇ ਉਹਨਾਂ ਦੇ ਵਿੱਚ ਮਿਥੋਲੋਜੀ ਹੁੰਦੀ ਸੀ, ਜਿਵੇਂ ਗ੍ਰੀਕ ਮੈਥੋਲੋਜੀ ਹੈ, ਹਿੰਦੂ ਮੈਥੋਲੋਜੀ ਹੈ, ਉਹ ਸਾਰਾ ਕੁਝ ਕੀ ਹੈ, ਉਹਦੇ ਵਿੱਚ ਬਥੇਰੀਆਂ ਕਹਾਣੀਆਂ ਵੀ ਨੇ, ਸੱਚ ਵੀ ਹੋ ਸਕਦਾ, ਮੈਂ ਉਹਦਾ ਬਾਰੇ ਨਹੀਂ ਕੁਝ ਕਹਿ ਸਕਦਾ, ਲੇਕਿਨ ਮਤਲਬ ਇਮੇਜਿਨੇਸ਼ਨ ਤੁਹਾਡੀ ਵਧਾਉਂਦੀਆਂ ਸਨ ਕਿ ਇਸ ਤਰ੍ਹਾਂ ਇੱਕ ਬਦੀ ਹੈ, ਇੱਕ ਨੇਕੀ ਹੈ, ਉਹਨਾਂ ਦੋਵਾਂ ਦਾ ਆਪਸ ਵਿੱਚ ਮੁਕਾਬਲਾ ਹੈਗਾ ਤੇ ਅਸੀਂ ਕਹਾਣੀ ਨਾਲ ਜੁੜੇ ਹਾਂ, ਮਜ਼ਹਬੀ ਤੌਰ ਦੇ ਉੱਤੇ ਵੀ, ਗੈਰ ਮਜ਼ਹਬੀ ਤੌਰ ਤੇ। ਜਦੋਂ ਅਸੀਂ ਨਿੱਕੇ ਹੁੰਦੇ ਸਨ ਸਾਡੀਆਂ ਨਾਨੀਆਂ ਦਾਦੀਆਂ ਸਾਨੂੰ ਕਹਾਣੀਆਂ ਸੁਣਾਉਂਦੀਆਂ ਸਨ ਝੋਲੀ ਵਿੱਚ ਪਾ ਕੇ, ਕਿਉਂਕਿ ਅੱਛਾ ਜੀ ਬਾਜਵਾ ਸਾਹਿਬ, ਟੈਕਨੋਲੋਜੀ ਇਹ ਦਾ ਦੱਸੋ ਉਦੋਂ ਕਿ ਦੌਰ ਸ਼ਾਇਦ ਇਸ ਤਰ੍ਹਾਂ ਨਹੀਂ ਸੀ। ਇਹ ਦੱਸੋ ਕਿ ਕਿਹਾ ਜਾਂਦਾ ਹੈ ਆਮ ਤੌਰ ਤੇ ਕਿ ਜਿਹੜੇ ਸ਼ਾਇਰ ਨੇ, ਜਿਹੜੇ ਅਦੀਬ ਨੇ, ਜਿਹੜੇ ਆਰਟਿਸਟ ਨੇ, ਇਹ ਕਿਸੇ ਮਾਸ਼ਰੇ ਦਾ ਚਿਹਰਾ ਹੁੰਦੇ ਨੇ। ਤੇ ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਸਾਡਾ ਸ਼ਾਇਰ ਹੈ, ਜਿਹੜਾ ਅਦੀਬ ਹੈ, ਜਿਹੜਾ ਸਾਡਾ ਆਰਟਿਸਟ ਹੈ, ਕਿਆ ਉਹ ਸਾਡੇ ਕਲਚਰ ਨੂੰ ਜਾਂ ਸਾਡੇ ਜਿਹੜਾ ਰਹਿਣ ਸਹਿਣ ਹੈ, ਸਾਡਾ ਤਰੀਕਾ ਹੈ ਪਾਕਿਸਤਾਨ ਦਾ, ਉਸ ਨੂੰ ਟਰੂਲੀ ਕਰ ਰਿਹਾ ਹੈ, ਕੰਪਨਸੇਟ, ਰਿਪਰੈਜ਼ੈਂਟ ਕਰ ਰਿਹਾ ਉਹਨੂੰ ਕਿ ਨਹੀਂ ਕਰ ਰਿਹਾ? ਅੱਛਾ, ਇਹ ਵੀ ਬੜਾ ਮਤਲਬ ਗੁੱਥਿਆ ਹੋਇਆ ਔਰ ਮਿਕਸਚਰ ਵਾਲਾ ਸਵਾਲ ਇਸ ਤਰ੍ਹਾਂ ਬਣਦਾ ਕਿ ਜਦੋਂ ਅਸੀਂ ਪਾਕਿਸਤਾਨ ਦਾ ਲਫ਼ਜ਼ ਵਰਤਨੇ ਆ ਤੇ ਫਿਰ ਅਸੀਂ ਇਹ ਵੇਖ ਪਾਕਿਸਤਾਨ ਇੱਕ ਮਲਟੀ ਕਲਚਰਲ, ਮਲਟੀ ਐਥਨਿਕ, ਮਲਟੀ ਲਿੰਗੁਅਲ ਇਲਾਕਾ ਹੈਗਾ, ਕਿਉਂਕਿ ਪਾਕਿਸਤਾਨ ਕੋਈ ਇੱਕ ਖਾਸ ਜਗ੍ਹਾ ਨਹੀਂ ਗੀ। ਬਿਕਾਜ਼ ਅਗਰ ਮੈਂ ਤੇ ਤੁਸੀਂ ਇਸ ਟਾਈਮ ਪੰਜਾਬੀ ਵਿੱਚ ਗੱਲ ਕਰ ਰਹੇ ਹਾਂ ਤਾਂ ਹੋ ਸਕਦਾ ਕਿਸੇ ਪਸ਼ਤੂਨ ਨੂੰ ਨਾ ਸਮਝ ਆ ਰਹੀ ਹੋਵੇ, ਸਿੰਧੀ ਨੂੰ ਨਾ ਆ ਰਹੀ ਹੋਵੇ। ਸੋ ਪੰਜਾਬ ਦੇ ਡਾਇਨਾਮਿਕਸ ਹੋਰ ਨੇ, ਉਹਦੇ ਮਸਾਇਲ ਵੀ ਹੋਰ ਨੇ, ਉਹਨਾਂ ਦੇ ਲੋਕਾਂ ਦਾ ਜਿਹੜਾ ਕਲਚਰ ਹੈ ਉਹ ਵੀ ਹੋਰ ਹੈ, ਸਿੰਧੀਆਂ ਦਾ ਹੋਰ ਹੈ, ਪਸ਼ਤੂਨਾਂ ਦਾ ਹੋਰ ਹੈ। ਸੋ ਜਿੰਨੀਆਂ ਵੀ ਐਂਟੀਟੀਜ਼ ਨੇ ਤੁਹਾਡੇ ਪਾਕਿਸਤਾਨ ਦੇ ਵਿੱਚ, ਪੰਜਾਬ, ਸਿੰਧ, ਪਹਿਲਾਂ ਸਰਹੱਦ ਹੁੰਦਾ ਸੀ, ਹੁਣ KPK ਹੋ ਗਿਆ, ਫਿਰ ਫਾਟਾ ਦੇ ਜਿਹੜਾ ਜ਼ਮ ਹੋ ਗਿਆ, ਫਿਰ ਕਸ਼ਮੀਰ ਦਾ ਕੁਝ ਇਲਾਕਾ, ਗਿਲਗਿਤ ਬਲਤਿਸਤਾਨ, ਕੈਲਾਸ਼, ਇਹ ਸਾਰੀਆਂ ਚੀਜ਼ਾਂ ਰਲ ਕੇ ਪਾਕਿਸਤਾਨ ਬਣ ਰਹੀਆਂ। ਸੋ ਸਾਨੂੰ ਇਹ ਮੰਨ ਕੇ ਤੁਰਨਾ ਪਏਗਾ ਕਿ ਪਾਕਿਸਤਾਨ ਇੱਕ ਮਲਟੀ ਕਲਚਰਲ ਇਲਾਕਾ, ਮਲਟੀ ਐਥਨਿਕ ਇਲਾਕਾ ਹੈਗਾ, ਵੱਖਰੀਆਂ ਵੱਖਰੀਆਂ ਨਸਲਾਂ ਦੇ ਲੋਕ ਰਲ ਕੇ ਰਹਿੰਦੇ ਨੇ, ਜਿਨ੍ਹਾਂ ਸਭ ਦਾ ID ਕਾਰਡ ਪਾਕਿਸਤਾਨੀ ਹੈ, ਪਾਸਪੋਰਟ ਪਾਕਿਸਤਾਨੀ ਹੈ, ਤਾਂ ਕਰਕੇ ਅਸੀਂ ਆਪਣੇ ਆਪ ਨੂੰ ਪਾਕਿਸਤਾਨੀ ਕਹਿੰਦੇ। ਸੋ ਜਿਹੜੇ ਸਾਡੇ ਰੀਜਨਲ, ਜਿਨ੍ਹਾਂ ਨੂੰ ਰੀਜਨਲ ਕਹਿ ਦਿੱਤਾ ਜਾਂਦਾ, ਉੱਥੋਂ ਦੇ ਜਿਹੜੇ ਲਿਖਾਰੀ ਨੇ ਉਹ ਆਪਣੀ ਆਪਣੀ ਕਹਾਣੀ ਦੱਸ ਰਹੇ ਨੇ। ਅਗਰ ਕੋਈ ਬੰਦਾ ਪੰਜਾਬੀ ਦੇ ਵਿੱਚ, ਪੰਜਾਬ ਦੇ ਵਿੱਚ ਬੈਠਾ ਕਹਾਣੀ ਲਿਖੇਗਾ ਤਾਂ ਉਹ ਪੰਜਾਬੀਆਂ ਦੀ ਕਹਾਣੀ ਦੱਸੇਗਾ, ਉਹਦੇ ਐਕਸਪੀਰੀਅੰਸਿਸ ਉੱਥੋਂ ਨਜ਼ਰ ਆਉਣਗੇ। ਕੋਈ ਸਿੰਧ ਦਾ ਬੰਦਾ ਹੈ, ਉਹ ਸਿੰਧ ਦੇ ਇਲਾਕੇ ਨਾਲ ਸਾਨੂੰ ਆਸ਼ਨਾ ਕਰਾਏਗਾ ਕਿ ਅੱਛਾ ਸਿੰਧ ਦੇ ਵਿੱਚ ਲੋਕੀ ਇਸ ਤਰ੍ਹਾਂ ਚੀਜ਼ਾਂ ਨੂੰ ਵੇਖਦੇ ਨੇ, ਜਾਂ ਅੱਜ ਕੱਲ੍ਹ ਦੇ ਇਹ ਮਸਲੇ ਨੇ, ਜਾਂ ਜੋ ਵੀ ਸਿਲਸਿਲਾ। ਇਸੇ ਤਰ੍ਹਾਂ ਬਲੋਚਿਸਤਾਨ, KPK ਵਗੈਰਾ ਹੈਗਾ। ਸੋ ਅੱਜ ਦਾ ਜਿਹੜਾ ਰਾਈਟਰ ਹੈ, ਇੱਕ ਤੇ ਥੋੜਾ ਜਿਹਾ ਪੜ੍ਹਨ ਦਾ ਚਲਨ ਘਟ ਗਿਆ, ਉਹ ਤੇ ਯਕੀਨੀ ਤੌਰ ਤੇ ਅਸੀਂ ਵੇਖਿਆ ਨੌਜਵਾਨ ਨਸਲਾਂ ਦੇ ਵਿੱਚ ਕਿ ਅਗਰ ਜਿਹਨੂੰ ਤੁਸੀਂ ਆਪਣਾ ਕੌਮੀ ਸ਼ਾਇਰ ਕਿਹਾ ਅਲਾਮਾ ਇਕਬਾਲ, ਉਹਨੂੰ ਵੀ ਕੋਈ ਨਹੀਂ ਪੜ੍ਹਦਾ। ਤੇ ਜਿਹਨੂੰ ਕੌਮੀ ਸ਼ਾਇਰ ਨੂੰ ਵੀ ਨਹੀਂ ਕੋਈ ਪੜ੍ਹਦਾ ਤੇ ਇਲਾਕਾਈ ਕਿਸੇ ਬੰਦੇ ਨੂੰ ਜਾਂ ਕਿਸੇ ਹੋਰ ਬਿਲਕੁਲ ਅਵਾਮੀ ਰਾਈਟਰ ਨੂੰ, ਲਿਖਾਰੀ ਨੂੰ ਕਿਸੇ ਨੇ ਕਿਵੇਂ ਪੜ੍ਹਨਾ, ਕਿਸੇ ਸ਼ਾਇਰ ਨੂੰ ਜਾਂ ਰਾਈਟਰ ਨੂੰ। ਸੋ ਇੱਕ ਬੜੀ ਛੋਟਾ ਜਿਹਾ ਇੱਕ ਕਹਿ ਲਓ ਕਿ ਲਿਖਾਰੀਆਂ ਦਾ ਇੱਕ ਟੱਬਰ ਹੈਗਾ, ਔਰ ਬੜਾ ਛੋਟਾ ਜਿਹਾ ਇੱਕ ਉਹਨਾਂ ਦੀ ਰੀਡਰਸ਼ਿਪ ਹੈ ਐਜ਼ ਕੰਪੇਅਰ ਟੂ ਯੂਰਪ, ਅਮਰੀਕਾ, ਜਿੱਥੇ ਮਤਲਬ ਅਗਰ ਹੈਰੀ ਪੋਟਰ ਦੀ ਗੱਲ ਕਰੀਏ ਤੇ JK ਰੋਲਿੰਗ ਜਿਹੜੀ ਹੈ, ਜਿਹਨੇ ਹੈਰੀ ਪੋਟਰ ਲਿਖੀ ਸੀ, ਉਹ ਅਮੀਰ ਤਰੀਨ ਔਰਤ ਬਣ ਗਈ ਸੀ ਸਿਰਫ ਉਹ ਜਾਦੂ ਵਾਲੀ ਕਹਾਣੀ ਲਿਖ ਕੇ ਬੱਚਿਆਂ ਦੀ, ਜਿਹਦੇ ਤੇ ਫਿਲਮਾਂ ਬਣੀਆਂ ਨੇ, ਹਨਾ। ਤੇ ਅਸੀਂ ਸਾਰੀ ਉਮਰ ਉਮਰੂ ਯਾਰ ਦੀਆਂ ਕਹਾਣੀਆਂ ਔਰ ਐਨਕ ਵਾਲਾ ਜਿੰਨ ਵੇਖ ਕੇ ਵੱਡੇ ਹੋਏ ਆ, ਔਰ ਉਹੀ ਜਾਦੂ ਮੰਤਰ ਅਸੀਂ ਵੀ ਉਹਨਾਂ ਤੋਂ ਬਹੁਤ ਪਹਿਲੇ ਅਲਿਫ ਲੈ ਲਾ, ਇਹ ਉਹ
ਸੁਣ ਚੁੱਕੇ ਹਾਂ, ਪੜ੍ਹ ਚੁੱਕੇ ਹਾਂ, ਲੇਕਿਨ ਉਹਦੀ ਮਤਲਬ ਕਹਿ ਲਓ ਕਿ ਲੋਕਾਂ ਨੇ ਉਹਨੂੰ ਕਿਸ ਤਰ੍ਹਾਂ ਔਨ ਕੀਤਾ ਜਾਂ ਡਿਸਔਨ ਕੀਤਾ, ਉਹ ਬੰਦੇ ਨੂੰ, ਲਿਖਣ ਵਾਲੇ ਨੂੰ ਜਾਂ ਉਸ ਚੀਜ਼ ਨੂੰ ਬਣਾਉਣ ਵਾਲੇ ਨੂੰ। ਸੋ ਹਾਲੇ ਤੱਕ ਤੇ ਮੈਂ ਸਮਝ ਸਕਿਆ ਉਮਰ ਦੇ ਇਸ ਹਿੱਸੇ 'ਚ ਪਹੁੰਚ ਕੇ ਕਿ ਕਿਤੇ ਨਾ ਕਿਤੇ ਅਸੀਂ ਆਰਟਿਸਟ ਕਿਲਰ ਸੁਸਾਇਟੀ ਬਣ ਗਏ ਹਾਂ, ਕਿ ਜਿਹੜਾ ਆਰਟ ਪ੍ਰੋਡਿਊਸ ਕਰਦਾ, ਭਾਵੇਂ ਉਹ ਲਿਖਣ ਵਾਲਾ ਆਰਟ ਹੈ, ਗਾਣ ਵਾਲਾ ਆਰਟ ਹੈ, ਰਕਸ ਨੂੰ ਤੇ ਅਸੀਂ ਉਂਝ ਡਿਮਿਨਿਸ਼ ਕਰ ਦਿੱਤਾ ਨਾ, ਕਿ ਨੱਚਣਾ ਤੇ ਵੈਸੇ ਹੀ ਬਹੁਤ ਬੁਰੀ ਗੱਲ ਹੈ, ਹਾਲਾਂਕਿ ਮੋਰ ਵੀ ਨੱਚਦਾ ਤੇ ਸਾਰੇ ਦੁਨੀਆ ਦੇ ਮੋਰ ਕਤਲ ਕਰ ਦਿਓ, ਕੋਇਲ ਗਾਉਂਦੀ ਹੈ ਤੇ ਸਾਰੀ ਦੁਨੀਆ ਦੇ ਪਰਿੰਦੇ ਮਾਰ ਦਿਓ। ਫਿਰ ਜਿਹੜਾ ਫਿਲਮਾਂ 'ਚ ਕੰਮ ਕਰਦਾ, ਫਿਲਮਾਂ ਬਣਾਉਂਦਾ ਹੈ, ਉਹਦੇ ਲਈ ਇੱਕ ਬੜਾ ਹੀ ਡੀਗ੍ਰੇਡਿੰਗ ਜਿਹਾ ਲਫ਼ਜ਼ ਇਸਤੇਮਾਲ ਹੁੰਦਾ ਹੈ, ਜਿਹੜਾ ਕਿ ਮੈਂ ਨਹੀਂ ਬੋਲਣਾ ਚਾਹਾਂਗਾ, ਉਹ ਸਾਰਿਆਂ ਨੂੰ ਪਤਾ ਹੈ। ਇਸੇ ਤਰ੍ਹਾਂ ਹਰ ਇੱਕ ਉਸ ਫੀਲਡ ਦੇ ਨਾਲ ਜਿਹੜੇ ਕਿ ਆਰਟ ਨਾਲ ਜੁੜੀ ਹੈ, ਉਹਨੂੰ ਲੋਕੀ ਵੇਖਦੇ ਵੀ ਨੇ, ਉਹਨੂੰ ਡਿਸਓਨ ਵੀ ਕਰਦੇ ਨੇ, ਉਹਦੇ ਨਾਲ ਜੁੜੇ ਹੋਏ ਬੰਦੇ ਨੂੰ ਵੀ ਡਿਸਓਨ ਕਿਤੇ ਨਾ ਕਿਤੇ ਕਰ ਦਿੰਦੇ ਨੇ। ਸੋ ਜਦੋਂ ਪੂਰੇ ਮੁਲਕ ਦੇ ਵਿੱਚ, ਜਿਵੇਂ ਪਿਛਲੇ ਦਿਨੋਂ ਤੁਹਾਨੂੰ ਯਾਦ ਹੋਏਗਾ ਰਾਜਾ ਸਾਹਿਬ, ਅਲਾਮਾ ਇਕਬਾਲ ਦਾ ਮੁਜੱਸਮਾ ਜਾਂ ਬੁੱਤ ਬਣਾਇਆ ਗਿਆ ਸੀ ਇੱਕ, ਔਰ ਉਹ ਬੜਾ ਹੀ ਬਰੋਬਾ, ਬੜਾ ਹੀ ਅਜੀਬ ਜਿਹਾ ਇੱਕ ਬੁੱਤ ਬਣਾਇਆ ਸੀ, ਤੇ ਕਿਹਾ ਜਾਂਦਾ ਸੀ ਕਿ ਉਹ ਮਾਲੀਆਂ ਨੇ ਬਣਾਇਆ। ਪਤਾ ਨਹੀਂ ਕਿੰਨੇ ਬਣਾਇਆ, ਕਿੰਨੇ ਨਹੀਂ ਬਣਾਇਆ। ਵਜ੍ਹਾ ਹੈ ਕਿ ਜਦੋਂ ਤੁਸੀਂ ਆਪਣੇ ਮੁਲਕ ਦੇ ਵਿੱਚੋਂ ਮੁਜੱਸਮਾ ਸਾਜ਼ ਖਤਮ ਕਰ ਦਿੰਦੇ ਹੋ, ਮੁਜੱਸਮਾ ਸਾਜ਼ੀ ਖਤਮ ਕਰ ਦਿੰਦੇ ਹੋ, ਉਹਨੂੰ ਡੀਮੋਨਾਈਜ਼ ਕਰ ਦਿੰਦੇ ਹੋ, ਉਹਨੂੰ ਐਂਟੀ ਇਸਲਾਮਿਕ ਕਰ ਦਿੰਦੇ ਹੋ, ਤੇ ਫਿਰ ਮਾਲੀਆਂ ਨਹੀਂ ਬਣਾਉਣੇ ਨੇ ਮੁਜੱਸਮੇ, ਤੇ ਮਾਲੀਆਂ ਨੇ ਫਿਰ ਇਹੋ ਜਿਹੀ ਬਣਾਉਣੇ ਨੇ ਜਿਹੋ ਜਿਹਾ ਉਹਨਾਂ ਬਣਾਇਆ। ਇੱਕ ਬੰਦਾ ਜਿਹੜਾ ਮੁਜੱਸਮਾ ਸਾਜ਼ੀ ਐਨਸੀਆਰ ਦੇ ਅਦਾਰੇ ਤੋਂ ਜਾਂ ਕਿਸੇ ਹੋਰ ਅਦਾਰੇ ਤੋਂ ਪੜ੍ਹੇਗਾ, ਉਹ ਮੁਜੱਸਮਾ ਜਦੋਂ ਬਣਾਏਗਾ ਤੇ ਸਾਡੇ ਕੋਲੋਂ ਬੜਾ ਖੂਬਸੂਰਤ ਮੁਜੱਸਮਾ ਸਾਡੇ ਸਾਹਮਣੇ ਆਏਗਾ। ਜਿਵੇਂ ਬੜੇ ਸਾਡੇ ਮੁਜੱਸਮਾ ਸਾਜ਼ ਸਿੰਧ ਵਿੱਚ ਵੀ ਗਏ ਨੇ, ਪੰਜਾਬ 'ਚ ਵੀ ਗਏ ਨੇ, ਜਿਹੜੇ ਕਿ ਬਹੁਤ ਪਹਿਲੇ ਐਨਸੀਏ ਤੋਂ ਪੜ੍ਹੇ ਹੋਏ ਨੇ। ਉਸ ਤੋਂ ਬਾਅਦ ਲੋਕਾਂ ਨੇ ਐਡਮਿਸ਼ਨ ਲੈਣੀ ਛੱਡ ਦਿੱਤਾ, ਬਹੁਤ ਘੱਟ ਜਿਹੜੇ ਨੇ ਉਹ ਮੁਜੱਸਮਾ ਸਾਜ਼ੀ ਦੇ ਵਿੱਚ ਐਡਮਿਸ਼ਨ ਲੈਂਦੇ ਨੇ, ਕਿਉਂਕਿ ਉਹਦਾ ਕਰੀਅਰ ਨਜ਼ਰ ਨਹੀਂ ਆਉਂਦਾ, ਉਹ ਡਿਸਓਨ ਕਰ ਦਿੱਤਾ ਗਿਆ। ਤੇ ਮਾਲੀਆਂ ਨੇ ਸੀਮਟ ਭਰ ਕੇ ਅਲਾਮਾ ਇਕਬਾਲ ਮਿਕਸ ਕਰਕੇ ਕਿਸੇ ਹੋਰ ਸ਼ਬੀਰ ਦੇ ਨਾਲ ਬਣਾ ਦਿੱਤਾ, ਔਰ ਸਾਰੇ ਲੋਕਾਂ ਨੂੰ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਗਿਆ, ਤੇ ਤੋਹੀਨ ਹੋ ਗਈ ਹੈ ਅਲਾਮਾ ਇਕਬਾਲ ਦੀ, ਫਲਾਣੇ ਦੀ। ਤੇ ਕਿਆ ਆਰਟ ਦੀ ਤੋਹੀਨ ਨਹੀਂ ਗਈ ਜਦੋਂ ਤੁਸੀਂ ਮੁਜੱਸਮਾ ਸਾਜ਼ ਜਿਹੜੇ ਨੂੰ ਖਤਮ ਕਰ ਦਿੱਤੇ ਨੇ, ਰਕਾਸ ਮਾਰ ਦਿੱਤੇ ਨੇ, ਸਿੰਗਰ ਨੂੰ ਮਰਾਸੀ ਕਹਿ ਰਹੇ ਹੋ, ਤੇ ਐਕਟਰ ਨੂੰ ਕੰਜਰ ਕਹਿ ਰਹੇ ਹੋ, ਔਰ ਇਸ ਤਰ੍ਹਾਂ ਹੋਰ ਵੀ ਮਤਲਬ ਬੜੇ ਹੀ ਬੁਰੇ ਅਲਫਾਜ਼ ਨੇ। ਜਦੋਂ ਤੁਸੀਂ ਕਰਦੇ ਹੋ ਤਾਂ ਕਿੱਥੋਂ ਆਉਣੇ ਨੇ ਆਰਟਿਸਟ? ਲਿਖਾਰੀ ਕਿੱਥੋਂ ਆਉਣੇ ਨੇ? ਮੁਜੱਸਮਾ ਸਾਜ਼ ਕਿੱਥੋਂ ਆਉਣੇ ਨੇ? ਸਿੰਗਰ ਕਿੱਥੋਂ ਆਉਣੇ ਨੇ? ਫਿਰ ਉਹ ਮਾਲੀਆਂ ਦਾ ਤੇ ਕੰਮ ਹੁੰਦਾ, ਮਾਲੀ ਦਾ ਕੰਮ ਪਾਣੀ ਲਾਣਾ, ਪਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਣਾ, ਲਾਵੇ ਜਾਂ ਨਾ ਲਾਵੇ। ਸੋ ਮਾਲੀ ਦਾ ਕੰਮ ਤੇ ਪਾਣੀ ਲਾਣਾ ਸੀ, ਮੁਜੱਸਮੇ ਬਣਾਉਣਾ ਸ਼ਾਇਦ ਨਹੀਂ ਸੀ, ਤੇ ਇਸ ਕਰਕੇ ਸ਼ਾਇਦ ਸਾਡੇ ਸਾਹਮਣੇ ਅਲਾਮਾ ਇਕਬਾਲ ਦਾ ਮੁਜੱਸਮਾ ਆਇਆ। ਜੀ ਜੀ, ਬਹੁਤ ਸ਼ੁਕਰੀਆ ਅਲੀ ਸਾਹਿਬ। ਮੈਂ ਇਹ ਚਾਹਾਂਗਾ ਕਿ ਤੁਸੀਂ ਕੁਝ ਐਸੇ ਸਟੈਪਸ ਦੱਸੋ, ਕੋਈ ਐਸੇ ਮਰਾਹਿਲ, ਕੋਈ ਐਸਾ ਤਰੀਕਾਕਾਰ ਜਿਹਦੇ ਨਾਲ ਅਸੀਂ ਆਪਣੇ ਦੇਸ਼ ਮੁਲਕ ਦੇ ਵਿੱਚ, ਆਪਣੇ ਇਸ ਪਿਆਰੇ ਪਾਕਿਸਤਾਨ ਦੇ ਵਿੱਚ ਆਰਟ ਤੇ ਕਲਚਰ ਨੂੰ ਪ੍ਰੋਮੋਟ ਕਰ ਸਕੀਏ। ਸਾਡਾ ਬਹੁਤ ਖੂਬਸੂਰਤ ਕਲਚਰ ਹੈ, ਮੁਖਤਲਿਫ ਇਲਾਕਿਆਂ ਦਾ, ਖਿੱਤਿਆਂ ਦਾ, ਸੂਬਿਆਂ ਦਾ, ਔਰ ਇਹ ਸਾਰਾ ਹੀ ਬੜਾ ਡਿਵਰਸੀਫਾਈਡ, ਹਰ ਇੱਕ ਦੀ ਜ਼ੁਬਾਨ ਅਲੱਗ ਹੈ, ਹਰ ਇੱਕ ਦਾ ਕਲਚਰ ਅਲੱਗ ਹੈ। ਔਰ ਅਸੀਂ ਕਿਸ ਤਰੀਕੇ ਦੇ ਨਾਲ ਗੌਰਮੈਂਟ ਨੂੰ ਕਿਹੜੇ ਮੇਜਰਸ ਲੈਣੇ ਚਾਹੀਦੇ ਨੇ, ਕੀ ਤਰੀਕਾ ਅਡਾਪਟ ਕਰਨਾ ਚਾਹੀਦਾ ਜਿਹਦੇ ਨਾਲ ਇਹਨਾਂ ਦੀ ਸਰਕਸਤੀ ਹੋਵੇ, ਔਰ ਜਿਹੜਾ ਇਹ ਸ਼ੋ ਹੈ ਉਹ ਤਰੱਕੀ ਕਰੇ, ਔਰ ਇਹਨੂੰ ਥੋੜੀ ਆਜ਼ਾਦੀ ਮਿਲੇ, ਤਾਂ ਕਿ ਇਹ ਖੁੱਲ ਕੇ ਉਹਨਾਂ ਮਾਸ਼ਰੇ ਦੀ ਜਿਹੜੀਆਂ ਕਮੀਆਂ ਕੁਤਾਹੀਆਂ ਨੇ ਉਹਨਾਂ ਨੂੰ ਜ਼ਾਹਿਰ ਕਰ ਸਕਣ, ਪਲੱਸ ਜਿਹੜੇ ਮਾਮਲਾਤ ਨੇ ਹੋਰ ਜਿਹੜੇ ਸਾਡੀ ਸੋਚ ਨੂੰ ਬੈਨ ਅਲ-ਅਕਵਾਮੀ ਸਤਹ ਤੇ ਲੈ ਕੇ ਜਾਣ, ਉਹ ਕੀ ਮਰਾਹਿਲ ਨੇ, ਕੀ ਸਟੈਪਸ ਨੇ ਜਿਹੜੇ ਗਵਰਨਮੈਂਟ ਨੂੰ ਲੈਣੇ ਚਾਹੀਦੇ ਨੇ, ਜਾਂ ਆਵਾਮ ਨੂੰ, ਪਬਲਿਕ ਨੂੰ ਐਸੇ ਕਿਹੜੇ ਕੰਮ ਕਰਨੇ ਚਾਹੀਦੇ ਨੇ ਜਿਹਦੇ ਨਾਲ ਆਰਟ ਤੇ ਕਲਚਰ ਦੀ ਪ੍ਰੋਮੋਸ਼ਨ ਵੀ ਹੋਵੇ, ਉਹਨੂੰ ਸਹਾਰਾ ਵੀ ਮਿਲੇ, ਤੇ ਉਹਦੇ ਵਿੱਚ ਤਰੱਕੀ ਦਾ ਬਾਇਸ ਵੀ ਬਣੇ। ਅੱਛਾ, ਇਹਦੇ ਵਿੱਚ ਦੋ ਤਿੰਨ ਸਟੈਪ ਮੇਰਾ ਖਿਆਲ ਹੈ ਕਿ ਬੁਨਿਆਦੀ ਤੌਰ ਤੇ ਅਸੀਂ ਲੈ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਇੱਕ ਬੜੀ ਪੋਲੀਟੀਕਲ ਜੀ ਚੀਜ਼ ਹੈ ਕਿ ਜਿਹੜੀ ਤੁਹਾਡੀ ਸਟੇਟ ਹੁੰਦੀ ਹੈ ਉਹਦਾ ਨੈਰੇਟਿਵ ਕੀ ਹੈ ਆਰਟ ਬਾਰੇ ਜਾਂ ਲਿਟਰੇਚਰ ਬਾਰੇ, ਜਾਂ ਵੈਸੇ ਜਨਰਲੀ ਆਵਾਮ ਬਾਰੇ ਕਹਿ ਲਓ। ਪੋਲੀਟੀਕਲ ਤੁਹਾਡਾ ਇੱਕ ਕਨਸੈਪਟ ਹੈ ਕੀ ਹੈ ਕਿ ਤੁਸੀਂ ਜਾਣਾ ਕਿੱਧਰ ਹੈ? ਕਿਉਂਕਿ ਅੱਜ ਅਗਰ ਅਸੀਂ ਅਰਤੁਗਰਲ ਗਾਜ਼ੀ ਨੂੰ ਉਰਦੂ 'ਚ ਤਰਜਮਾ ਕਰਕੇ ਵੇਖ ਰਹੇ ਹਾਂ, ਤੇ ਕੱਲ ਨੂੰ ਕਿਸੇ ਅਰਬ ਹੀਰੋ ਦਾ ਕੋਈ ਡਰਾਮਾ ਅਸੀਂ ਵੇਖ ਰਹੇ ਹੋਵਾਂਗੇ, ਲੇਕਿਨ ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ ਲੱਗ ਸਕਦਾ ਕਿ ਰਾਏ ਅਹਿਮਦ ਖਾਨ ਖਰਲ ਕੌਣ ਸੀ, ਦੁੱਲਾ ਭੱਟੀ ਕੌਣ ਸੀ, ਠੀਕ ਹੈ, ਮਲੰਗੀ ਜਾਂ ਇਸ ਤਰ੍ਹਾਂ ਦੇ ਬਾਕੀ ਕਿਰਦਾਰ ਜਿਹੜੇ ਉਹਨਾਂ ਦੀ ਆਪਣੀ ਧਰਤੀ ਦੇ ਨੇ, ਉਹਨਾਂ ਦਾ ਡਰਾਮਾ ਜਦੋਂ ਉਹਨੇ ਕਦੀ ਵੇਖਿਆ ਹੀ ਨਹੀਂ, ਤੇ ਉਹ ਜੋੜ ਹੀ ਨਹੀਂ ਸਕਦਾ ਧਰਤੀ ਨਾਲ। ਉਹਨੂੰ ਹਮੇਸ਼ਾ ਲੱਗਦਾ ਹੈ ਕਿ ਕੋਈ ਤੁਰਕ ਜਿਹੜਾ ਹੈ ਉਹ ਸਾਡਾ ਹੀਰੋ ਹੈ, ਕੋਈ
ਅਰਬ ਹੈਗਾ ਉਹ ਸਾਡਾ ਹੀਰੋ ਹੋ ਗਿਆ ਜਾਂ ਕੋਈ ਅਫਗਾਨ ਸਾਡਾ ਹੀਰੋ ਹੋ ਗਿਆ। ਯਕੀਨੀ ਤੌਰ ਤੇ ਉਹਨਾਂ ਸਭ ਲੋਕਾਂ ਦਾ ਮਜ਼ਹਬ ਜਿਹੜਾ ਹੈ ਉਹ ਇਸਲਾਮ ਰਿਹਾ ਹੋਵੇਗਾ, ਲੇਕਿਨ ਉਹਨਾਂ ਦੀ ਨੈਸ਼ਨੈਲਿਟੀ ਕੁਝ ਹੋਰ ਹੈ, ਉਹਨਾਂ ਦੀ ਐਥਨੀਸਿਟੀ ਕੁਝ ਹੋਰ ਹੈ। ਵਰਨਾ ਤੇ ਫਿਰ ਸਾਰੇ ਜਿੰਨੇ ਇਸਲਾਮੀ ਮੁਲਕ ਹੈਗੇ ਨੇ ਸਭ ਨੂੰ ਇੱਕ ਮੁਲਕ ਬਣ ਜਾਣਾ ਚਾਹੀਦਾ ਨਾ। ਸਾਡੇ ਨਾਲ ਹੀ ਈਰਾਨ ਹੈ, ਅਫਗਾਨਿਸਤਾਨ ਹੈ, ਤੇ ਅਸੀਂ ਸਾਰੇ ਜੁੜ ਕੇ ਇੱਕ ਹੀ ਮੁਲਕ ਕਿਉਂ ਨਹੀਂ ਬਣ ਜਾਂਦੇ? ਇਸ ਕਰਕੇ ਉਹ ਅਫਗਾਨ ਕਹਾਉਂਦੇ ਨੇ, ਉਹ ਇਰਾਨੀਅਨ ਕਹਾਉਂਦੇ ਨੇ, ਅਸੀਂ ਪਾਕਿਸਤਾਨੀ ਕਹਾਉਂਦੇ ਹਾਂ। ਉਹਦੀ ਵਜ੍ਹਾ ਹੈ ਕਿ ਉਹ ਇਹ ਸਾਰੀ ਜਿਹੜਾ ਪਿਛੋਕੜ ਹੁੰਦਾ ਲਿਟਰੇਚਰ, ਜਿਹੜਾ ਤੁਹਾਡਾ ਮਾਜ਼ੀ ਹੁੰਦਾ, ਐਥਨੀਸਿਟੀ ਹੁੰਦੀ, ਜ਼ੁਬਾਨ ਹੁੰਦੀ, ਉਹ ਮਿਲ ਕੇ ਇੱਕ ਨੇਸ਼ਨ ਬਣਦੀ। ਸਭ ਤੋਂ ਪਹਿਲਾਂ ਸਾਨੂੰ ਵੇਖਣਾ ਪਏਗਾ, ਜਿਵੇਂ ਮੈਂ ਪਹਿਲੇ ਗੱਲ ਕੀਤੀ ਉਹਨੂੰ ਦੁਬਾਰਾ ਦੁਹਰਾਉਣ ਦੀ ਕਹਿ ਲਓ ਜਸਾਰਤ ਕਰਾਂਗਾ, ਕਿ ਮਲਟੀ ਕਲਚਰਲ ਮੰਨ ਲਓ ਆਪਣੇ ਆਪ ਨੂੰ, ਮਲਟੀ ਰੇਸ਼ਲ ਮਲਟੀਲਿੰਗੁਅਲ ਮੰਨ ਲਓ। ਕਿਉਂਕਿ ਜਦੋਂ ਅਸੀਂ ਸਵਾਲ ਚੁੱਕਦੇ ਹਾਂ ਨਾ ਕਿ ਪਾਕਿਸਤਾਨੀ ਕਲਚਰ, ਤੇ ਸਾਨੂੰ ਕੋਈ ਜਵਾਬ ਨਹੀਂ ਮਿਲਦਾ। ਦੋ ਤੁਸੀਂ ਘੜੇ ਅਗਰ ਧਰ ਦਿੰਦੇ ਹੋ ਔਰ ਇੱਕ ਬਲੋਚੀ ਕੁੜਤਾ ਪਾ ਲੈਂਦੇ ਹੋ, ਔਰ ਕੋਈ ਤਲਵਾਰ ਫੜ ਲੈਂਦਾ, ਕੋਈ ਫਰਾਕ ਪਾ ਲੈਂਦਾ, ਕੋਈ ਪਗੜੀ ਪਾ ਲੈਂਦਾ, ਸੋ ਉਹ ਮੁਖਤਲਿਫ ਇਲਾਕਿਆਂ ਦੇ ਕਲਚਰ ਨੇ, ਹੈ ਨਾ। ਇੱਕ ਪੰਜਾਬੀ ਕਲਚਰ, ਇੱਕ ਪਸ਼ਤੂਨ जी हेलो, सॉरी विच कॉल आ रही ने बार बार, उस करके मैं डिस्कनेक्ट किते ना किते हो रहा। हाँ जी, आर्ट वास्ते कि सब तो पहले कि हाँ जी, मैं कोई जी मेरी अगर आवाज आ रही तो मैं उन्हें कैरी ऑन करना वा कि जेडी आर्ट वास्ते वे कि जेडी साडी गवर्नमेंट आ रही है आवाज लेना। हाँ जी, ਜਿਹੜੀ ਤੁਹਾਡੀ ਫਿਲਮ ਇੰਡਸਟਰੀ ਹੈ ਉਹਨੂੰ ਹਲੇ ਤੱਕ ਮੇਰਾ ਨਹੀਂ ਖਿਆਲ ਕਿ ਉਹਨੂੰ ਇੰਡਸਟਰੀ ਦਾ ਦਰਜਾ ਦਿੱਤਾ ਗਿਆ, ਕਿਉਂਕਿ ਜਦੋਂ ਤੁਸੀਂ ਇੰਡਸਟਰੀ ਦਾ ਦਰਜਾ ਦਵੋਗੇ, ਜਿਵੇਂ ਟੈਕਸਟਾਈਲ ਇੰਡਸਟਰੀ ਹੈਗੀ ਹੈ ਜਾਂ ਕੋਈ ਹੋਰ ਇੰਡਸਟਰੀ ਹੈਗੀ ਹੈ, ਇਸੇ ਤਰ੍ਹਾਂ ਫਿਲਮ ਵੀ ਇੱਕ ਇੰਡਸਟਰੀ ਹੈਗੀ ਹੈ ਕਿ ਉਹਦੇ 'ਚ ਫਿਲਮਾਂ ਬਣਦੀਆਂ ਨੇ, ਉਹ ਵਿਕਦੀਆਂ ਨੇ, ਉਹਦੇ ਨਾਲ ਪੈਸੇ ਜਨਰੇਟ ਹੁੰਦੇ ਨੇ, ਉੱਤੇ ਟੈਕਸ ਲੱਗਦਾ ਹੈ, ਫਿਰ ਉਹ ਇੱਕ ਸਿਸਟਮ ਸਾਰਾ ਚੱਲਦਾ। ਤੁਸੀਂ ਕਦੇ ਉਹਨੂੰ ਇੰਡਸਟਰੀ ਬਣਾਇਆ ਹੀ ਨਹੀਂ, ਇਸ ਕਰਕੇ ਹੁਣ ਤੁਹਾਡੇ ਕੋਲ ਕੋਈ ਫਿਲਮ ਨਜ਼ਰ ਹੀ ਨਹੀਂ ਆਉਂਦੀ, ਨਾ ਰੀਜਨਲ ਲੈਂਗੁਏਜ ਵਿੱਚ, ਨਾ ਉਰਦੂ ਵਿੱਚ। ਟੁੱਟੀਆਂ ਭੱਜੀਆਂ 2-4 ਫਿਲਮਾਂ ਸਾਲ ਦੇ ਵਿੱਚ ਈਦ ਦੇ ਉੱਤੇ ਆ ਜਾਂਦੀਆਂ ਨੇ, ਉਹਦੇ ਨਾਲ ਕੋਈ ਇੰਪੈਕਟ ਨਹੀਂ ਪੈਂਦਾ। ਠੀਕ ਹੈ, ਸਭ ਤੋਂ ਪਹਿਲੇ ਤਾਂ ਗਵਰਨਮੈਂਟ ਜਿਹੜੀ ਹੈ ਉਹ ਇਹਦੇ ਵਿੱਚ ਪੈਸਾ ਵੀ ਇੰਡਿਊਸ, ਇਹਦੇ ਵਿੱਚ ਰਿਸੋਰਸਿਸ ਵੀ ਇੰਡਿਊਸ ਕਰੇ, ਔਰ ਆਪਣਾ ਜਿਹੜਾ ਪੋਲੀਟੀਕਲ ਉਹਨਾਂ ਦਾ ਇੱਕ ਵਿਜ਼ਨ ਹੈਗਾ ਉਹਨੂੰ ਪ੍ਰੋ ਆਰਟ ਵੀ ਕਿਤੇ ਨਾ ਕਿਤੇ ਕਰੇ। ਹਰ ਚੌਥੇ ਦਿਨ ਤੁਹਾਨੂੰ ਨਜ਼ਰ ਆਉਂਦਾ ਕੋਈ ਨਾ ਕੋਈ ਆਰਟਿਸਟ ਜਿਹੜਾ ਫੇਸਬੁੱਕ ਤੇ ਬਹਿ ਕੇ ਰੋ ਰਿਹਾ ਕਿ ਜੀ ਮੈਂ, ਜਿਵੇਂ ਮਹਿਦੀ ਹਸਨ ਸਾਹਿਬ ਦਾ ਜ਼ਿਕਰ ਕਰ ਲਈਏ, ਰੇਸ਼ਮਾ ਸਾਹਿਬਾ ਦਾ ਜ਼ਿਕਰ ਕਰ ਲਈਏ, ਐਨਕ ਵਾਲੇ ਜਿੰਨ ਦੀ ਗੱਲ ਹੋਈ ਤਾਂ ਉਹਦੇ ਵਿੱਚ ਜਿਹੜੇ ਐਕਟਰ ਨੇ ਜ਼ਕੂਟਾ ਦਾ ਕਰੈਕਟਰ ਕੀਤਾ ਸੀ। ਸੋ ਇਸ ਤਰ੍ਹਾਂ ਸਾਡੇ ਸਾਹਮਣੇ ਹਮੇਸ਼ਾ ਕੋਈ ਨਾ ਕੋਈ ਇੱਕ ਐਕਟਰ ਆ ਜਾਂਦਾ ਜਿਹੜਾ ਰੋ ਹੀ ਰਿਹਾ ਹੁੰਦਾ ਸਾਰੀ ਉਮਰ ਕੰਮ ਕਰਕੇ। ਸੋ ਨਾ ਉਹਦੀ ਵੈਲਫੇਅਰ ਹੈ, ਨਾ ਉਹਦੀ ਓਨਰਸ਼ਿਪ ਹੈ, ਨਾ ਉਹ ਇੰਨੇ ਪੈਸੇ ਕਮਾ ਸਕਦਾ ਕਿ ਉਹ ਜਦੋਂ ਵਡੇਰਾ ਹੋ ਜਾਏ ਜਾਂ ਇੰਡਸਟਰੀ ਛੱਡ ਦੇ ਤੇ ਉਹ ਜ਼ਿੰਦਗੀ ਕਿਸੇ ਬਿਹਤਰ ਤਰੀਕੇ ਨਾਲ ਚਲਾ ਸਕੇ। ਸੋ ਕਹਿਣ ਦਾ ਮਕਸਦ ਹੈ ਕਿ ਇੱਕ ਤੇ ਸੋਸਾਇਟੀ ਨੂੰ ਆਪ ਵੀ ਚੇਂਜ ਹੋਣਾ ਪਏਗਾ, ਦੂਜਾ ਗਵਰਨਮੈਂਟ ਜਦੋਂ ਇਨੀਸ਼ੀਏਟਿਵ ਲਏਗੀ, ਕੁਝ ਇਦਾਰੇ ਐਸੇ ਨਵੇਂ ਖੋਲੇਗੀ, ਕਿਉਂਕਿ ਸਾਡੇ ਸਾਹਮਣੇ ਅਗਰ NCA ਵਰਗਾ ਇਦਾਰਾ ਹੁੰਦਾ ਹੈ ਜਾਂ ਇੰਡਸ ਵੈਲੀ ਵਰਗਾ ਸਿੰਧ ਵਿੱਚ ਇਦਾਰਾ ਹੈ, ਤੇ ਉਂਗਲਾਂ ਦੇ ਉੱਤੇ ਤੁਸੀਂ ਗਿਣ ਸਕਦੇ ਹੋ ਆਰਟ ਕਾਲਜ ਹੀ ਤੁਹਾਡੇ ਕੋਲ ਕੋਈ ਨਹੀਂ, ਤੇ ਆਰਟਿਸਟ ਕਿੱਥੋਂ ਪੈਦਾ ਹੋਣਾ? ਠੀਕ ਹੈ, ਸਟਿਗਮੈਟਾਈਜੇਸ਼ਨ ਮੁਕਾਉਣ ਦੀ ਗੱਲ ਹੈ ਕਿ ਜਿਹੜਾ ਕੋਈ ਬੰਦਾ ਗਾਣਾ ਗਾਉਂਦਾ ਉਹ ਮਰਾਸੀ ਨਹੀਂ ਹੈ, ਉਹ ਸਿੰਗਰ ਹੈਗਾ। ਉਹਦੇ 'ਚ ਬਥੇਰੇ ਲੋਕੀ ਜਿਹੜੇ ਨੇ ਪੈਸਾ ਔਰ ਨਾਂ ਕਮਾਉਂਦੇ ਵੀ ਨੇ। सोसाइटी ਨੂੰ ਆਪਣੇ ਆਪਣੇ ਥਾਂ ਤੇ ਵੀ ਬਦਲਣ ਦੀ ਲੋੜ, ਔਰ ਪੋਲੀਟੀਕਲ ਵਿਜ਼ਨ ਵੀ ਬਦਲਣ ਦੀ ਲੋੜ। ਲੇਕਿਨ ਨੌਜਵਾਨ ਨਸਲ ਕਿਤੇ ਨਾ ਕਿਤੇ ਸ਼ਾਇਦ ਬਹੁਤ ਪੁਰਾਣੇ ਜਿਹੜੇ ਘਿਸੇ ਪਿੱਟੇ ਸਾਡੇ ਪੈਰਾਮੀਟਰਸ ਹੈਗੇ ਨੇ ਇਹਨਾਂ ਚੀਜ਼ਾਂ ਬਾਰੇ, ਉੱਥੋਂ ਕਿਤੇ ਵੱਖ ਹੁੰਦੀ ਨਜ਼ਰ ਆ ਵੀ ਰਹੀ ਹੈ, ਔਰ ਉਹ ਸਮਝਦੇ ਵੀ ਨੇ ਚੀਜ਼ਾਂ ਨੂੰ, ਕਿਉਂਕਿ ਪੁਰਾਣੀਆਂ ਚੀਜ਼ਾਂ ਮਾਜ਼ੀ 'ਚ ਰਹਿ ਗਈਆਂ ਨੇ। ਹੁਣ ਉਹਨਾਂ ਨੂੰ ਨਵੇਂ ਚੈਲੰਜਸ ਦਾ ਸਾਹਮਣਾ ਹੈਗਾ। ਹੁਣ ਤੇ ਉਹਨਾਂ ਨੂੰ ਲੋੜ ਵੀ ਨਹੀਂ ਪੈਂਦੀ ਕਿਸੇ ਦਾ ਬੂਹਾ ਖੜਕਾਉਣ ਦੀ। ਹੁਣ ਟੈਕਨੋਲੋਜੀ ਦੇ ਜ਼ੋਰ ਤੇ, YouTube ਦੇ ਜ਼ੋਰ ਤੇ ਅਗਰ ਵਾਕਈ ਤੁਹਾਡੇ 'ਚ ਟੈਲੈਂਟ ਹੈਗਾ तो ਤੁਸੀਂ ਇੱਕ ਸਿੰਗਰ ਬਣ ਜਾਂਦੇ ਹੋ, ਇੱਕ ਫਿਲਮ ਮੇਕਰ ਬਣ ਜਾਂਦੇ ਹੋ, ਜਾਂ ਕੁਝ ਵੀ। ਯਕੀਨੀ ਤੌਰ ਤੇ ਉਹ ਤੇ ਬੁਰਾ ਕੰਮ ਵੀ ਹੋ ਰਿਹਾ, ਚੰਗਾ ਵੀ ਹੋ ਰਿਹਾ। ਲੇਕਿਨ ਕਹਿਣ ਦਾ ਮਕਸਦ ਹੈ ਕਿ ਸਟੈਪ ਹੈ ਹੀ ਮੇਰਾ ਖਿਆਲ ਕਿਤੇ ਨਾ ਕਿਤੇ ਨਜ਼ਰ ਆਉਂਦੇ ਨੇ ਕਿ ਘਰਾਂ ਦੇ ਵਿੱਚੋਂ ਜਿਹੜਾ ਬੰਦਾ ਟੀਵੀ ਤੇ ਡਰਾਮਾ ਵੇਖ ਰਿਹਾ ਉਹ 2 ਨੰਬਰੀ ਨਾ ਕਰੇ, ਜਾਂ ਡਰਾਮਾ ਵੇਖਣਾ ਛੱਡ ਦੇ, ਤੇ ਜਾਂ ਡਰਾਮੇ 'ਚ ਕੰਮ ਕਰਨ ਵਾਲਿਆਂ ਨੂੰ ਗਾਲਾਂ ਕੱਢਣੀਆਂ ਛੱਡ ਦੇ। ਜੇ ਤੁਹਾਡਾ ਪੁੱਤਰ ਜਾਂ ਤੁਹਾਡੀ ਧੀ ਐਕਟਰ ਜਾਂ ਐਕਟਰ ਬਣਨਾ ਚਾਹੁੰਦੀ ਹੈ, ਉਹਨੂੰ ਸਟਿਗਮੈਟਾਈਜ਼ ਨਾ ਕਰੋ। ਠੀਕ ਹੈ, ਉਹਨੂੰ ਹੱਲਾਸ਼ੇਰੀ ਦਿਓ, ਉਹਨੂੰ ਥੀਏਟਰ ਕਰਨ ਦਿਓ, ਉਹਦੇ ਵਿੱਚ ਸਕਿੱਲਸ ਪੈਦਾ ਹੋਣਗੀਆਂ। ਔਰ ਇੱਕ ਰੀਸੈਂਟ ਸਰਵੇ ਹੋਇਆ ਜਿਹਦੇ ਵਿੱਚ ਕਿਹਾ ਜਾਂਦਾ ਕਿ ਜਿਹੜੇ ਸੌਫਟ ਸਕਿੱਲ ਨੇ ਦੁਨੀਆ ਦੇ ਵਿੱਚ, ਉਹਦੇ ਵਿੱਚ ਸਭ ਤੋਂ ਟੌਪ ਤੇ ਸੌਫਟ ਸਕਿੱਲ ਜਿਹੜੀ ਹੁੰਦੀ ਹੈ ਉਹ ਵੀ ਬੋਲਣਾ। ਕਿਉਂਕਿ ਸਾਡੇ ਬੱਚੇ ਬੋਲਣਾ ਭੁੱਲ ਗਏ ਨੇ, ਉਹਨਾਂ ਦਾ ਤਲਫੁਜ਼ ਖਰਾਬ ਹੈ, ਉਹਨਾਂ ਕੋਲ ਵੋਕੈਬਲਰੀ ਕੋਈ ਨਹੀਂ, ਉਹਨਾਂ ਕੋਲ ਕੌਨਫੀਡੈਂਸ ਕੋਈ ਨਹੀਂ, ਕਿਉਂਕਿ ਉਹ ਸਾਰੀ ਉਮਰ ਤੇ ਉਹ ਟਾਈਪ ਕਰਕੇ ਖੇਡਣ ਦੇ ਨੇ, PUBG ਖੇਡਣ ਦੇ ਨੇ, ਤੇ ਬਟਨਾਂ ਅੰਗੂਠਿਆਂ ਨਾਲ ਖੇਡਣ ਦੇ ਨੇ, ਮੈਸੇਜ ਕਰ ਰਹੇ ਨੇ। ਹਿਊਮਨ ਦਾ ਇੰਟਰੈਕਸ਼ਨ ਹੀ ਘਟ ਗਿਆ ਕਿਸੇ ਨਾਲ, ਵੱਡੇ ਛੋਟੇ ਨਾਲ। ਗੱਲ ਤੇ ਉਹ ਕਰਦੇ ਹੀ ਨਹੀਂ, ਉਹ ਗੱਲ ਕਰਨ ਤੇ ਬੜੀ ਤੋਤਲੀ ਜਿਹੀ ਟੁੱਟੀ ਭੱਜੀ ਦੀ ਗੱਲ ਕਰਦੇ ਨੇ, ਜਿਹਦੇ ਵਿੱਚ ਡੈਪਥ ਵੀ ਨਹੀਂ ਹੁੰਦੀ, ਕਲੈਰਿਟੀ ਵੀ ਨਹੀਂ ਹੁੰਦੀ। ਸੋ ਬੋਲਣਾ
ਇੱਕ ਸੌਫਟ ਸਕਿੱਲ ਹੈ ਜਿਹੜੀ ਕਿ ਤੁਹਾਡੀ ਥੀਏਟਰ ਤੇ ਚੜ੍ਹ ਕੇ ਜਾਂ ਕਿਸੇ ਹੋਰ ਐਸੀ ਪਲੇਟਫਾਰਮ ਤੇ ਜਾ ਕੇ ਆਉਣੀ ਹੈ, ਤੁਹਾਡੇ ਫਾਇਦਾ, ਤੁਹਾਡਾ ਵੀ ਅੱਗੋਂ ਫਾਇਦਾ। ਸੋ 2 ਨੰਬਰੀਆਂ ਨਾ ਕਰੋ, ਫਿਲਮਾਂ ਗਾਣੇ ਤੁਸੀਂ ਸੁਣਨੇ ਵੇਖਣੇ ਵੀ ਨੇ ਸਾਰੀ ਉਮਰ, ਔਰ ਉਹਨਾਂ ਨੂੰ ਜਿਹੜਾ ਡਿਸਓਨ ਵੀ ਕਰਨਾ ਇਹ ਨਾ ਕਰੋ। ਬਸ ਇੰਨੀ ਜੀ ਗੁਜ਼ਾਰਿਸ਼ ਹੈ ਆਵਾਮ ਨੂੰ। ਸਰ ਮੇਰਾ ਇੱਕ ਆਖਰੀ ਸਵਾਲ ਹੈ, ਔਰ ਉਸ ਆਖਰੀ ਸਵਾਲ 'ਚ ਮੈਂ ਤੁਹਾਡੇ ਪੁੱਛਣਾ ਚਾਹਾਂਗਾ ਕਿ ਕਿਆ ਜਿਹੜੀ ਰੀਜਨਲ ਲੈਂਗੁਏਜ ਹੈ, ਕਿਆ ਇਹ ਮੁਲਕ ਦੀ ਤਰੱਕੀ ਦੇ ਵਿੱਚ ਕੋਈ ਕਿਰਦਾਰ ਅਦਾ ਕਰਦੇ ਨੇ? ਕਿਆ ਇਹਨਾਂ ਨੂੰ ਛੋੜ ਦਈਏ ਤੇ ਫਿਰ ਵੀ ਮੁਲਕ ਤਰੱਕੀ ਕਰ ਸਕਦਾ ਹੈ, ਜਾਂ ਇਹਨਾਂ ਦੇ ਵਿੱਚ ਹੀ ਤਰੱਕੀ ਕਰਨਾ ਜ਼ਰੂਰੀ ਹੈ? ਜੀ ਬੜਾ ਅਹਿਮ ਸਵਾਲ ਹੈ, ਔਰ ਇਹ ਮੁੱਦਾ ਤੇ ਮੇਰੇ ਦਿਲ ਦੇ ਬਹੁਤਾ ਕਰੀਬ ਹੈ। ਜ਼ੁਬਾਨ ਕਦੀ ਵੀ ਛੱਡੀ ਨਹੀਂ ਜਾ ਸਕਦੀ। ਉਹਦੀ ਵਜ੍ਹਾ ਹੈ ਕਿ ਪੰਜਾਬੀ ਜ਼ੁਬਾਨ ਦੀ ਮੈਂ ਗੱਲ ਕਰਾਂਗਾ, ਜਿਵੇਂ ਤੁਸੀਂ ਸਟਾਰਟ ਵਿੱਚ ਦੱਸਿਆ ਕਿ ਪੰਜਾਬੀ ਨਾਲ ਮੇਰਾ ਤਾਲੁਕ ਹੈ, ਤਾਂ ਉਹਦੇ ਬਾਰੇ ਥੋੜੀ ਜਿਹੀ ਦੱਸਾਂਗਾ ਚੀਜ਼ਾਂ। ਤਕਰੀਬਨ 2 ਸਦੀਆਂ ਹੋਣ ਵਾਲੀਆਂ ਨੇ ਪੰਜਾਬੀ ਜ਼ੁਬਾਨ ਦੇ ਉੱਤੇ ਬੈਨ ਲੱਗਿਆ। ਗੋਰੇ ਨੇ ਬੈਨ ਲਾਇਆ ਸੀ ਜਦੋਂ ਉਹਨੇ ਦੇ ਉੱਤੇ ਕਬਜ਼ਾ ਕੀਤਾ ਸੀ, ਠੀਕ ਹੈ। ਔਰ ਪੰਜਾਬੀ ਕਾਇਦੇ ਸਾੜ ਦਿੱਤੇ ਗਏ ਸਨ, ਐਜੂਕੇਸ਼ਨਲ ਸਿਸਟਮ ਵਿੱਚੋਂ ਪੰਜਾਬੀ ਕੱਢ ਦਿੱਤੀ ਗਈ ਸੀ, ਪੰਜਾਬੀ ਨੂੰ ਡੀਮੋਨਾਈਜ਼ ਕੀਤਾ ਗਿਆ, ਜਿਹੜਾ ਕਿ ਹਲੇ ਤੱਕ ਚੱਲ ਰਿਹਾ। ਪੰਜਾਬੀ ਬੋਲਣ ਵਾਲਾ ਜਾਹਿਲ ਹੈ, ਗੰਵਾਰ ਹੈ, ਉਰਦੂ ਬੋਲਣ ਵਾਲਾ ਤਹਿਜ਼ੀਬ ਯਾਫਤਾ ਹੈ, ਅੰਗਰੇਜ਼ੀ ਬੋਲਣ ਵਾਲਾ ਤੇ ਵੈਸੇ ਹੀ ਪਤਾ ਨਹੀਂ ਕਿਹੜੀ ਦੁਨੀਆ ਤੋਂ ਆਇਆ ਹੈ, ਠੀਕ ਹੈ। ਸੋ 2 ਸਦੀਆਂ ਬਾਅਦ ਵੀ ਅਗਰ ਪੰਜਾਬੀ ਜ਼ੁਬਾਨ ਜਿਹੜੀ ਹੈ, ਜਿਹਦੇ ਵਿੱਚ ਮੈਂ ਤੇ ਤੁਸੀਂ ਇਸ ਟਾਈਮ ਗੱਲ ਕਰ ਰਹੇ ਹਾਂ, ਉਹ ਜ਼ਿੰਦਾ ਹੈ, ਇਹਦਾ ਮਤਲਬ ਹੈ ਕਿ ਜ਼ੁਬਾਨ ਮਰਦੀ ਨਹੀਂ, ਜਾਂ ਵੱਡੀਆਂ ਜ਼ੁਬਾਨਾਂ ਛੇਤੀ ਮਰਦੀਆਂ ਨਹੀਂ। 1971 ਦਾ ਸਾਲ ਸਭ ਨੂੰ ਯਾਦ ਹੈ। ਮੈਂ ਤੇ ਸ਼ਾਇਦ ਪੈਦਾ ਵੀ ਨਹੀਂ ਸਾਂ ਹੋਇਆ, ਤੁਸੀਂ ਵੇਖਿਆ ਹੋਵੇਗਾ ਜਾਂ ਤੁਸੀਂ ਬੱਚੇ ਹੋਵੋਗੇ ਜੋ ਵੀ। ਤੁਹਾਡਾ ਬੰਗਲਾਦੇਸ਼ ਕਿਉਂ ਬਣਿਆ? 2 ਨੇਸ਼ਨਸ ਥਿਊਰੀ ਜਿਹੜੀ ਹੈ ਉਹ ਝੂਠੀ ਕਿਤੇ ਨਾ ਕਿਤੇ ਕਿਉਂ ਪੈ ਗਈ ਹੈ? 3 ਨੇਸ਼ਨਸ ਕਿਉਂ ਨੇ ਇਸ ਵਕਤ ਸਬ ਕੰਟੀਨੈਂਟ ਦੇ ਵਿੱਚ? ਉਹਨਾਂ ਨੇ ਬੋਲੀ ਦੀ ਗੱਲ ਕੀਤੀ ਸੀ, ਪਰ ਬੰਗਲਾ ਉਸਮਾਨ ਸਾਹਿਬ ਜੀ ਤੁਹਾਡੀ ਕਿ ਆਵਾਜ਼ ਬੰਦ ਹੋ ਜ਼ੁਬਾਨ ਗਈ ਸੀ। ਜਿਹੜੀ ਹੈ ਉਹ ਜੀ ਜੀ ਕੰਟੀਨਿਊ ਕਰੋ। ਜੀ ਮੈਂ ਦੁਬਾਰਾ ਤੋਂ ਕਨੈਕਟ ਹੋਣਾ। ਹਾਂਜੀ, ਉਹ ਬੰਗਲਾ ਜ਼ੁਬਾਨ ਨੂੰ ਉਹਨਾਂ ਕਿਹਾ ਸੀ ਕਿ ਨੈਸ਼ਨਲ ਲੈਂਗੁਏਜ ਦਾ ਦਰਜਾ ਦੇਵੋ ਉਰਦੂ ਦੇ ਨਾਲ ਨਾਲ, ਤੇ ਉਹ ਨਹੀਂ ਸੀ ਦਿੱਤਾ ਗਿਆ। ਤੇ ਉਹ ਜਿਹੜੇ ਸਟੂਡੈਂਟ ਸਨ, ਮੈਡੀਕਲ ਸਟੂਡੈਂਟ ਸਨ ਬੰਗਲਾਦੇਸ਼ ਦੇ ਵਿੱਚ, ਜਿਹੜਾ ਕਿ ਉਦੋਂ ਈਸਟ ਪਾਕਿਸਤਾਨ ਸੀ, ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ। ਸੋ ਉਹ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਨੂੰ ਕੋਈ ਨਹੀਂ ਜਾਣਦਾ, ਲੇਕਿਨ ਜਿਹੜੇ ਗੋਲੀਆਂ ਖਾ ਕੇ ਮਰ ਗਏ ਉਹਨਾਂ ਨੂੰ ਸਭ ਲੋਕ ਜਾਣਦੇ ਨੇ। ਅੱਜ ਬੰਗਲਾ ਜ਼ੁਬਾਨ ਜਿਹੜੀ ਹੈ ਉਹ ਮਹਿਫੂਜ਼ ਹੈ, ਠੀਕ ਹੈ, ਲੇਕਿਨ ਉਹ ਗੋਲੀ ਕਿਤੇ ਵੀ ਮਹਿਫੂਜ਼ ਨਹੀਂ ਹੈਗੀ। ਅੱਜ ਬੰਗਲਾਦੇਸ਼ ਜਿਹੜਾ ਇਕਨੋਮਿਕਲੀ ਇੰਡੀਆ ਔਰ ਪਾਕਿਸਤਾਨ ਤੋਂ ਵੱਧ GDP ਰੱਖਦਾ, ਕਿਸ ਤਰ੍ਹਾਂ ਕਿ ਉਹਨਾਂ ਆਪਣੀ ਜ਼ੁਬਾਨ ਦੇ ਵਿੱਚ ਤਾਲੀਮ ਲਈ ਹੈ, ਆਪਣੀ ਜ਼ੁਬਾਨ ਵਿੱਚ ਤਰੱਕੀ ਕੀਤੀ ਹੈ। ਚਾਈਨਾ ਨੇ ਆਪਣੀ ਜ਼ੁਬਾਨ ਵਿੱਚ ਕੀਤੀ ਹੈ, ਦੁਨੀਆ ਦੀ ਹਰ ਕੌਮ ਨੇ ਆਪਣੀ ਜ਼ੁਬਾਨ ਵਿੱਚ ਕੀਤੀ। ਸੋ ਯੂਨੈਸਕੋ ਜਿਹੜਾ ਹੈ ਔਰ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਚਾਰਟਰ ਹੈ, ਉਹ ਸਾਨੂੰ ਇਹ ਦੱਸਦਾ ਕਿ ਜਦੋਂ ਤੱਕ ਤੁਸੀਂ ਬੱਚੇ ਨੂੰ ਉਹਦੀ ਮਾਂ ਬੋਲੀ ਵਿੱਚ ਨਹੀਂ ਸਿਖਾਉਂਦੇ, ਉਨੀ ਦੇਰ ਤੱਕ ਉਹ ਸਿੱਖ ਨਹੀਂ ਸਕਦਾ। ਤੁਸੀਂ ਛੋਟਾ ਜਿਹਾ ਬੱਚਾ ਸਕੂਲ ਜਾਂਦਾ, ਉਹਦੇ ਤੇ ਜ਼ੁਬਾਨਾਂ ਦਾ ਬੋਝ ਪਾਉਂਦੇ ਹੋ। ਘਰ ਉਹ ਕਹਿ ਰਿਹਾ ਕੁਕੜੀ, ਉੱਥੇ ਜਾ ਕੇ ਟੀਚਰ ਉਹਨੂੰ ਡੰਡੇ ਮਾਰ ਰਿਹਾ ਤੇ ਕਹਿ ਰਿਹਾ ਕਿ ਮੁਰਗੀ। ਉਹਨੂੰ ਸਮਝ ਨਹੀਂ ਆ ਰਹੀ ਕੁਕੜੀ ਕੀ ਹੈ ਤੇ ਮੁਰਗੀ ਕੀ ਹੈ, ਨਿੱਕਾ ਜਿਹਾ ਬਾਲ ਹੈ, ਠੀਕ ਹੈ। ਉਹ ਵਿਚਾਰਾ ਇਸੇ ਹੀ ਮੁਸੀਬਤ 'ਚ ਫਸਿਆ ਰਹਿੰਦਾ, ਤੇ ਉਹਦੀ ਮੈਂਟਲ ਗਰੋਥ ਕਿਸ ਤਰ੍ਹਾਂ ਹੋ ਸਕਦੀ ਹੈ? ਉਹ ਚੀਜ਼ਾਂ ਨੂੰ ਸਮਝ ਕਿਵੇਂ ਸਕਦਾ? ਸੋ ਜ਼ੁਬਾਨਾਂ ਦੇ ਬੋਝ ਥੱਲੇ ਨਾ ਦਬਾਓ ਆਪਣੇ ਬੱਚਿਆਂ ਨੂੰ। ਪੰਜਾਬੀ ਦੇ ਵਿੱਚ ਪੜ੍ਹਾਓ ਪੰਜਾਬੀ ਬੱਚਿਆਂ ਨੂੰ, ਸਿੰਧੀ 'ਚ ਪੜ੍ਹਾਓ ਸਿੰਧੀ ਬੱਚਿਆਂ ਨੂੰ, ਔਰ ਇਸੇ ਤਰ੍ਹਾਂ ਬਾਕੀ ਸੂਬਿਆਂ ਦੇ ਵਿੱਚ ਵੀ। ਫਿਰ ਜਦੋਂ ਵੱਡੇ ਹੋ ਜਾਂਦੇ ਨੇ, ਕਿਉਂਕਿ ਤੁਹਾਡੀ ਉਰਦੂ ਜ਼ੁਬਾਨ ਕੰਪਲਸਰੀ ਜ਼ੁਬਾਨ ਹੈ, ਲਾਜ਼ਮੀ ਮਜ਼ਮੂਨ ਤੁਹਾਡੇ ਉਹਦੇ ਵਿੱਚ ਨਿਸਾਬ ਦੇ ਵਿੱਚ ਆਵੇ, ਤੇ ਉਹਨੇ ਸਿੱਖ ਲੈਣੀ ਹੈ ਉਰਦੂ। ਉਹਦੇ ਲਈ ਲੋੜ ਨਹੀਂ ਕਿ ਤੁਸੀਂ ਹਰ ਚੀਜ਼ ਨੂੰ ਉਰਦੂ ਵਿੱਚ ਕਰ ਦਿਓ, ਉਰਦੂ ਦਾ ਉਹ ਸਾਰਾ ਕੁਝ। ਉਰਦੂ ਸਟੇਟਸ ਲੈਂਗੁਏਜ ਹੈ। ਕਾਇਦੇ ਆਜ਼ਮ ਦੀ ਅੱਜ ਵੀ ਵੀਡੀਓ ਪਈ ਹੋਵੇਗੀ, ਜਿਹਦੇ ਵਿੱਚ ਉਹ ਕਹਿ ਰਹੇ ਨੇ ਸਟੇਟਸ ਲੈਂਗੁਏਜ, ਨੈਸ਼ਨਲ ਲੈਂਗੁਏਜ ਨਹੀਂ ਕਹਿ ਰਹੇ। ਨੈਸ਼ਨਲ ਲੈਂਗੁਏਜ ਹੁੰਦੀ ਹੈ ਨੇਸ਼ਨ ਦੀ, ਔਰ ਨੇਸ਼ਨ ਕੀ ਹੈ? ਸਿੰਧੀ ਇੱਕ ਨੇਸ਼ਨ ਹੈ, ਪੰਜਾਬੀ ਇੱਕ ਨੇਸ਼ਨ ਹੈ, ਪਸ਼ਤੂਨ ਇੱਕ ਨੇਸ਼ਨ ਹੈ। ਜਿਵੇਂ ਅਸੀਂ ਬਾਰ-ਬਾਰ ਉਹੀ ਗੱਲ ਕਰ ਰਹੇ ਨਾ, ਮਲਟੀ ਨੇਸ਼ਨਸ, ਮਲਟੀਨੈਸ਼ਨਲ ਔਰ ਮਲਟੀ ਐਥਨਿਕ ਅਸੀਂ ਹੈਗੇ ਆ, ਤੇ ਸਾਡੀਆਂ ਜ਼ੁਬਾਨਾਂ ਨੇ, ਇਹਨਾਂ ਨੂੰ ਅਸੀਂ ਰੀਜਨਲ ਕਹਿ ਦਿੰਦੇ ਆ। ਉਹ ਕੌਮੀ ਜ਼ੁਬਾਨਾਂ ਨੇ, ਪੰਜਾਬੀ ਕੌਮ ਦੀ ਜ਼ੁਬਾਨ ਪੰਜਾਬੀ ਹੈ, ਸਿੰਧੀ ਕੌਮ ਦੀ ਜ਼ੁਬਾਨ ਸਿੰਧੀ ਹੈ। ਰਹਿ ਗਈ ਉਰਦੂ ਦੀ ਗੱਲ, ਜਦੋਂ ਅਸੀਂ ਵਫਾਕ ਵਿੱਚ ਬਹਿਣਾ ਔਰ ਗੱਲਬਾਤ ਆਪਸ 'ਚ ਕਰਨੀ ਹੈ, ਤੇ ਅਸੀਂ ਉਰਦੂ ਸਿੱਖ ਲਾਂਗੇ। ਜਿਹਨੇ ਉਰਦੂ 'ਚ ਗੱਲ ਕਰਨੀ ਉਰਦੂ ਸਿੱਖ ਲੇਗਾ। ਉਨੀ ਦੇਰ ਤੱਕ ਤੁਹਾਡਾ ਦਿਮਾਗ ਵੱਡਾ ਹੋ ਚੁੱਕਿਆ ਹੋਵੇਗਾ। ਤੁਸੀਂ ਵੱਡੇ ਹੋ ਕੇ ਜਦੋਂ ਜ਼ੁਬਾਨ ਸਿੱਖੋਗੇ, ਫਿਰ ਤੁਹਾਨੂੰ ਪਤਾ ਹੋਏਗਾ ਅੱਛਾ ਕੁਕੜੀ ਨੂੰ ਮੁਰਗੀ ਕਹਿੰਦੇ ਨੇ, ਔਰ ਡੱਡੂ ਨੂੰ ਮੈਂਡਕ ਕਹਿੰਦੇ ਨੇ,
ठीक है। और फिर ਤੁਹਾਡਾ ਅਜੀਬੋ-ਗਰੀਬ ਜਿਹਾ ਤੁਹਾਡਾ ਟ੍ਰਾਂਸਲੇਸ਼ਨ ਆ ਜਾਂਦੀ ਹੈ, ਯਾਨੀ ਸੈੱਲ ਲੇਕ ਫਰਜ਼ ਕਰੋ, ਅੰਗਰੇਜ਼ੀ ਚ ਸੈੱਲ ਕਹਿੰਦੇ ਨੇ, ਉਰਦੂ ਚ ਖੁਲੀਆ ਕਹਿੰਦੇ ਨੇ। ਮਤਲਬ ਕੋਈ ਉਹਦਾ ਸਿਸਟਮੈਟਿਕਲੀ ਤਰਜਮਾ ਵੀ ਨਹੀਂ ਬਣਦਾ, ਬਿਲਕੁਲ ਹੀ ਇੱਕ ਜੰਨਾਤੀ ਦੀ ਜ਼ੁਬਾਨ ਬਣ ਜਾਂਦੀ। ਸੋ ਜਿੰਨੀ ਦੇਰ ਤੱਕ ਤੁਸੀਂ ਆਪਣੀਆਂ ਜ਼ੁਬਾਨਾਂ ਨੂੰ ਓਨ ਨਹੀਂ ਕਰਨਾ, ਉਹਨਾਂ ਦੀ ਪ੍ਰਮੋਸ਼ਨ ਨਹੀਂ ਕਰਨੀ, ਉਨੀ ਦੇਰ ਤੱਕ ਤੁਹਾਡੇ ਕੋਲ ਸਾਇੰਸ ਨਹੀਂ ਆਣੇ, ਤੁਹਾਡੇ ਕੋਲ ਇੰਜੀਨੀਅਰ ਵੀ ਨਹੀਂ ਆਣੇ, ਤੁਹਾਡੇ ਕੋਲ ਉਹ ਵਾਲੀ ਯੂਥ ਵੀ ਨਹੀਂ ਆਣੀ ਕਿ ਜਿਹੜੀ ਚੀਜ਼ਾਂ ਨੂੰ ਸਮਝ ਸਕਦੀ ਹੈ। ਠੀਕ ਹੈ। ਹੁਣ ਫਰਜ਼ ਕਰੋ ਕਿ ਇੱਕ ਬੱਚਾ ਪੰਜਾਬ ਵਿੱਚ ਪੈਦਾ ਹੋਇਆ, ਪੰਜਾਬ ਦੀ ਇਕਨੋਮੀ ਜ਼ਰਾਤ ਉੱਤੇ ਖਲੋਤੀ ਹੋਈ ਹੈ, ਐਗਰੀਕਲਚਰ, ਬਲਕਿ ਮੁਲਕ ਦੀ ਸਾਰੀ ਇਕਨੋਮੀ ਜ਼ਰਾਤ ਉੱਤੇ ਖਲੋਤੀ ਹੈ। ਸਾਡੀਆਂ ਕਿਤਾਬਾਂ 'ਚ ਲਿਖਿਆ ਕਿ ਵੀ ਆਰ ਅ ਨੇਸ਼ਨ ਆਫ ਐਗਰੀਕਲਚਰ, ਕੇ ਐਗਰੀਕਲਚਰ ਬੇਸਡ ਨੇਸ਼ਨ ਹੈਗੇ ਅਸੀਂ। ਸਾਡੇ ਬੱਚੇ ਨੂੰ ਪਤਾ ਹੀ ਨਹੀਂ ਜ਼ਰਾਤ ਕੀ ਹੈ, ਸਾਡੇ ਬੱਚੇ ਨੂੰ ਪਤਾ ਹੀ ਨਹੀਂ ਕਿ ਕਿੰਨੇ ਮੌਸਮ ਹੁੰਦੇ ਨੇ, ਉਹਦੇ 'ਚ ਵਾਈ ਬੀਜੀ ਕਿਸ ਤਰ੍ਹਾਂ ਹੁੰਦੀ ਹੈ, ਜਦੀਦ ਦੁਨੀਆ ਵਿੱਚ ਜ਼ਰਾਤ ਹੋ ਕਿਸ ਤਰ੍ਹਾਂ ਰਹੀ ਹੈ, ਸੀਡ ਸਾਇੰਸ ਕੀ ਹੈਗੀ ਹੈ, ਉਹਦੀ ਉਹਨੂੰ ਮੋਡੀਫਾਈ ਕਿਵੇਂ ਕੀਤਾ ਜਾਂਦਾ ਬੀਜ ਨੂੰ, ਖਾਦਾਂ ਦਾ ਕੀ ਅਸਰ ਹੈ, ਸਪਰੇਅ ਦਾ ਕੀ ਅਸਰ ਹੈ, ਜਾਂ ਦੁਨੀਆ ਦੇ ਵਿੱਚ ਜ਼ਰਾਤ ਕਿਵੇਂ ਹੋ ਰਹੀ ਹੈ। ਚਾਈਨਾ ਤੁਹਾਡਾ ਕਰੀਬੀ ਸਾਥੀ ਹੈ, ਪਾਕ ਚੀਨ ਦੋਸਤੀ ਜ਼ਿੰਦਾਬਾਦ, ਉਹ ਅਰਬਾਂ ਖਰਬਾਂ ਲੋਕਾਂ ਨੂੰ ਰੋਟੀ ਖਵਾ ਰਹੇ ਨੇ, ਲੇਕਿਨ ਕਿਸ ਤਰ੍ਹਾਂ ਖਵਾ ਰਹੇ ਨੇ। ਅਸੀਂ ਇੱਥੇ ਵੀ ਚੀਨੀ ਦੇ ਬੁਹਰਾਨ, ਕਣਕ ਦਾ ਬੁਹਰਾਨ, ਰਸ਼ੀਆ ਤੋਂ ਕਣਕ ਮੰਗਾ ਰਹੇ ਹਾਂ। ਅਸੀਂ ਇੱਥੇ ਜ਼ਰਾਤ ਦੇ ਉੱਤੇ ਬੇਸਡ ਹਾਂ ਤੇ ਰੋਟੀ ਸਾਨੂੰ ਨਹੀਂ ਲੱਭਦੀ ਪਈ। ਕੁਡ ਯੂ ਇਮੇਜਿਨ ਕਿ ਫੀ ਏਕੜ ਪੈਦਾਵਾਰ ਕਿੱਥੇ ਗਈ ਹੋਈ ਹੈ। ਸੋ ਜਿਹੜਾ ਬੱਚਾ ਪੰਜਾਬ 'ਚ ਪੈਦਾ ਹੋਇਆ ਹੈ, ਉਹਨੂੰ ਇੱਥੋਂ ਦੇ ਬੂਟਿਆਂ ਦਾ, ਇੱਥੋਂ ਦੀ ਜ਼ਰਾਤ ਦਾ, ਇੱਥੋਂ ਦੀ ਇਕਨੋਮੀ ਬਾਰੇ ਪੜਾਓ। ਉਹਨੂੰ ਉਹ ਚੀਜ਼ਾਂ ਸ਼ਾਇਦ ਨਹੀਂ ਪੜਨ ਦੀ ਲੋੜ ਜਿਹੜੀਆਂ ਉਹਦੀ ਜ਼ਿੰਦਗੀ ਵਿੱਚ ਕੋਈ ਚੇਂਜ ਨਹੀਂ ਲਿਆ ਰਹੀਆਂ, ਜਾਂ ਉਹਦੇ ਮੁਆਸ਼ਰੇ 'ਚ ਚੇਂਜ ਨਹੀਂ ਲਿਆ ਰਹੀਆਂ। ਇਸੇ ਤਰ੍ਹਾਂ ਬਲੋਚਿਸਤਾਨ 'ਚ ਪੈਦਾ ਹੋਣ ਵਾਲੇ ਬੱਚੇ ਨੂੰ ਮਾਈਨਿੰਗ ਬਾਰੇ ਪੜਨਾ ਚਾਹੀਦਾ ਕਿ ਆਇਲ ਗੈਸ ਡਿਟੈਕਟ ਕਿਵੇਂ ਹੁੰਦਾ ਹੈ, ਮਿਨਰਲਸ ਕਿਹਨੂੰ ਕਹਿੰਦੇ ਨੇ, ਜਦੀਦ ਦੁਨੀਆ ਦੇ ਵਿੱਚ ਮਾਈਨਿੰਗ ਕਿਸ ਤਰ੍ਹਾਂ ਹੋ ਰਹੀ ਹੈ। ਠੀਕ ਹੈ। ਬਲੋਚਿਸਤਾਨ ਦੇ ਵਿੱਚ ਸੋਨਾ, ਤਾਂਬਾ ਜਾਂ ਬਾਕੀ ਚੀਜ਼ਾਂ ਕਿਸ ਤਰ੍ਹਾਂ ਨੇ, KPK ਦਾ ਆਪਣਾ, ਸਿੰਧ ਦਾ ਆਪਣਾ। ਸੋ ਹਰ ਬੱਚਾ ਆਪਣੇ ਇਲਾਕੇ ਬਾਰੇ ਜਦੋਂ ਜਾਣੇਗਾ, ਉੱਥੇ ਫਿਰ ਰਿਸਰਚ ਕਰੇਗਾ ਸਾਇੰਟੀਫਿਕ ਮੈਥਡ ਦੇ ਉੱਤੇ ਰਹਿੰਦੇ ਹੋਇਆ, ਫਿਰ ਉਹ ਆਪਣੇ ਇਲਾਕੇ ਦੀ ਵੀ ਇਕਨੋਮੀ ਵਧਾਏਗਾ, ਉਹ ਤੁਹਾਡੇ ਪਾਕਿਸਤਾਨ ਦੀ ਇਕਨੋਮੀ ਵੀ ਵਧਾਏਗਾ। ਉਹਦੇ ਨਾਲ ਪਾਕਿਸਤਾਨ ਨਾ ਤੇ ਟੁੱਟ ਸਕਦਾ, ਕਿਉਂਕਿ 73-74 ਸਾਲ ਤੁਹਾਨੂੰ ਹੋ ਗਏ ਨੇ ਉਰਦੂ ਦਾ ਰੱਟਾ ਮਾਰਦਿਆਂ, ਜਿਹਦੇ ਕਰਕੇ ਤੁਸੀਂ 71 ਦੇ ਵਿੱਚ ਬੰਗਲਾਦੇਸ਼ ਬਣਵਾ ਲਿਆ। ਅੱਜ ਵੀ ਪਸ਼ਤੂਨ ਆਪਣੇ ਆਪ ਨੂੰ ਪਸ਼ਤੂਨ ਹੀ ਕਹਿ ਰਿਹਾ, ਪੰਜਾਬੀ ਪੰਜਾਬੀ ਕਹਿ ਰਿਹਾ, ਸਭ ਦੀ ਉਰਦੂ ਖਰਾਬ ਹੈ। ਮੈਂ ਪੰਜਾਬੀ ਉਰਦੂ ਬੋਲਾਂਗਾ, ਮੇਰੇ ਲਹਿਜੇ ਵਿੱਚ ਪੰਜਾਬੀ ਆਏਗੀ, ਪਸ਼ਤੂਨ ਬੋਲੇਗਾ ਪਸ਼ਤੂ ਆਏਗੀ, ਉਹ ਇੱਕ ਨੈਚੁਰਲ ਜੀ ਗੱਲ ਹੈ। ਸੋ ਹਰ ਕਿਸੇ ਨੂੰ ਇੱਕ ਹੀ ਬ੍ਰਸ਼ ਦੇ ਨਾਲ ਜਿਹੜਾ ਨਾ ਪੇਂਟ ਕਰਨਾ ਛੱਡ ਦਿਓ, ਲੋਕਾਂ ਨੂੰ ਜੀਣ ਦਿਓ। ਉਰਦੂ ਤੁਹਾਡੀ ਕੌਮੀ ਜ਼ੁਬਾਨ ਰਹੇਗੀ, ਉਹ ਕਿਤੇ ਨਹੀਂ ਜਾਂਦੀ ਪਈ, ਕਿਉਂਕਿ ਤੁਹਾਡੇ ਸਾਰੇ ਮਾਮਲਾ ਤੇ ਅੰਗਰੇਜ਼ੀ ਵਿੱਚ ਹੋ ਰਹੇ ਨੇ। ਉਰਦੂ ਨੂੰ ਵੀ ਕੋਈ ਏਡੀ ਅਹਿਮੀਅਤ ਨਹੀਂ ਦਿੰਦਾ ਪਿਆ ਅੱਜ। ਤੁਹਾਡਾ CSS ਦਾ ਐਗਜ਼ਾਮ ਅੰਗਰੇਜ਼ੀ ਦੇ ਵਿੱਚ ਹੈ, ਤੁਹਾਡੀ ਫੋਰਨ ਪਾਲਿਸੀ ਅੰਗਰੇਜ਼ੀ ਵਿੱਚ ਹੁੰਦੀ ਹੈ, ਤੁਹਾਡੀ ਅਦਾਲਤ ਵਿੱਚ ਅੰਗਰੇਜ਼ੀਆਂ ਚੱਲ ਰਹੀਆਂ ਹੁੰਦੀਆਂ ਨੇ, ਤੁਹਾਡੀ ਵਫਾਕ ਵਿੱਚ ਵੀ ਲੋਕ ਅੰਗਰੇਜ਼ੀ ਪੜ੍ਹ ਕੇ ਪਹੁੰਚੇ ਹੋਏ ਨੇ। ਸੋ ਅੰਗਰੇਜ਼ੀ is an ultimate truth. That's a language of science and technology that we have to learn. That's not a big deal. But why you are killing your indigenous people, your indigenous languages, your indigenous cultures? For what? ਉਰਦੂ ਨਹੀਂ ਆਈ ਸਾਨੂੰ 74 ਸਾਲਾਂ ਦੇ ਵਿੱਚ, ਔਰ ਅਗਲੇ 74 ਚ ਵੀ ਸ਼ਾਇਦ ਨਹੀਂ ਆਉਣੀ, ਔਰ ਅਗਰ ਆ ਵੀ ਗਈ ਤਾਂ ਉਹਦਾ ਸਾਨੂੰ ਕੀ ਫਾਇਦਾ ਹੋਏਗਾ। ਉਰਦੂ ਤੇ ਸਾਇੰਸ ਦੀ ਜ਼ੁਬਾਨ ਵੀ ਨਹੀਂ ਹੈ, ਟੈਕਨੋਲੋਜੀ ਦੀ ਜ਼ੁਬਾਨ ਵੀ ਨਹੀਂ ਹੈ। ਉਰਦੂ ਤੇ ਇੱਕ ਲਿਟਰੇਚਰ ਦੀ ਸ਼ਾਇਦ ਕਿਤੇ ਜ਼ੁਬਾਨ ਤੁਸੀਂ ਕਹਿ ਸਕਦੇ ਹੋ, ਤਾਰੀ ਪੜ੍ਹ ਲਓ, ਅਫਸਾਨਾ ਪੜ੍ਹ ਲਓ, ਜਾਂ ਉਹਨੂੰ ਤੁਸੀਂ ਸਾਇੰਸ ਦੀ ਜ਼ੁਬਾਨ ਬਣਾਉਣ ਦੀ ਵੀ ਕੋਸ਼ਿਸ਼ ਨਹੀਂ ਕੀਤੀ, ਜਾਂ ਕੀਤੀ ਵੀ ਸੀ ਕਈ ਦਫਾ ਤੇ ਉਹ ਸੈੱਲ ਦਾ ਤਰਜਮਾ ਖੁੱਲੀਆ ਕਰ ਲਿਆ ਤੁਸੀਂ, ਉਹ ਵੀ ਬੱਚਿਆਂ ਨੂੰ ਸਮਝ ਨਹੀਂ ਆਇਆ, ਉਹ ਸੈੱਲ ਪੜ੍ਹਦੇ ਨੇ। ਠੀਕ ਹੈ। ਗ੍ਰੈਵਿਟੀ ਨੂੰ ਤੁਸੀਂ ਕਸ਼ਿਸ਼ੇ ਸਕਲ ਕਹਿੰਦੇ ਹੋ। ਠੀਕ ਹੈ। ਬਲੱਡ ਪ੍ਰੈਸ਼ਰ ਨੂੰ ਤੁਸੀਂ ਬੁਲੰਦ ਫਿਸ਼ਾਰੇ ਖੂਨ ਕਹਿੰਦੇ ਹੋ। So that is so difficult for our kids, for our general people, that how to learn all these words, ਜਿਹਦਾ ਤਰਜਮਾ ਹੀ ਏਡਾ ਔਖਾ ਹੋ ਰਿਹਾ। ਉਹਨੂੰ ਸਿੰਪਲ BP ਪੜ੍ਹਾ ਦਿਓ ਤੇ ਆਪਣੀ ਉਹਦੀ ਜ਼ੁਬਾਨ 'ਚ ਪੜ੍ਹਾ ਦਿਓ, ਅੰਗਰੇਜ਼ੀ 'ਚ ਪੜ੍ਹਾ ਦਿਓ, ਤੇ ਤੁਹਾਡਾ ਮੁਲਕ ਯਕੀਨੀ ਤੌਰ ਤੇ ਤਰੱਕੀ ਦੀ ਰਾਹ ਤੇ ਜਾਏਗਾ। बहुत शुक्रिया उस्मान साहब, आपने आज बड़ी अच्छी गुफ्तगू की और आज का सेशन बहुत शानदार रहा। आपके वक्त का बहुत शुक्रिया। इंशाल्लाह आपसे आइंदा भी बात होती रहेगी और हम आपसे ज़रूर सीखेंगे। आज भी हमने बहुत सारी चीज़ें सीखी हैं और आपसे बहुत जल्द दोबारा बात होगी। थैंक यू वेरी मच। थैंक यू सो मच। धन्यवाद। नाज़रीन, आज हमारे साथ अली उस्मान बाजवा और उनके साथ हमारी बातचीत हुई। हमने देखा कि उनके क्या ख्यालात हैं और एक सियालकोट का नौजवान किस तरह से रिफॉर्म होते
एक एंकर पर्सन बन जाता है, एक बहुत अच्छा आर्टिस्ट बन जाता है, एक बहुत अच्छा राइटर बन जाता है। तो ये हम सब भी कर सकते हैं अगर हम उस्मान बाजवा की तरह मेहनत करें, काम करें, सीखें और अपने अंदर लगन पैदा करें, तो हम भी उस्मान बाजवा बन सकते हैं। आज के इस सेशन में हमने ये सीखा कि ज़ुबानों की इम्पोर्टेंस क्या है। हमने ये जानने की कोशिश की कि हमारी जो लोकल सकाफ़त है, वो किस तरह से हमें हेल्प करती है माशी तरक्की में और हम एज़ ए कौम एक नेशन के तौर पर हम किस तरह अपनी लोकल ज़ुबानों से और लोकल जो सकाफ़त है, कल्चर है हमारा, उससे फ़ायदा उठा सकते हैं। आज के लिए इतना ही। अ बहुत जल्द दोबारा किसी नए गेस्ट के साथ अ, आपकी खिदमत में हाज़िर होंगे, तब तक के लिए राजा अरशद को इजाज़त। अपना सारे पाकिस्तान का और तमाम इंसानों का ख़्याल रखिएगा। अल्लाह हाफ़िज़, पाकिस्तान ज़िंदाबाद।